YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ FIM ਮੀਡੀਆ ਤੇ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। WHO ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜੋ ਜਾਣਕਾਰੀ ਅੱਜ ਦਿੱਤੀ ਗਈ ਹੈ ਕਿ ਜੋ ਇਹ ਵਾਇਰਸ ਹੈ, ਕਰੋਨਾ ਵਾਇਰਸ ਹੈ, COVID-19 ਹੈ, ਇਹ ਮੋਸਟ ਲਾਈਕਲੀ ਐਨੀਮਲਸ ਤੋਂ ਆਇਆ। ਇਹਦਾ ਜਿਹੜਾ ਲੈਬੋਰਟਰੀ ਦੇ ਵਿੱਚ ਕਹਿ ਰਹੇ ਸੀ ਕਿ ਟੈਸਟ ਕੀਤੇ ਜਾਣ ਤੋਂ ਬਾਅਦ ਛੱਡਿਆ ਗਿਆ, ਇਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਸੋ ਹਜੇ ਤੱਕ ਉਹਨਾਂ ਤੋਂ ਜੋ ਵੀ ਟੈਸਟ ਕੀਤੇ ਗਏ ਆ ਉਹਦੇ ਵਿੱਚ ਇਹ ਦੱਸਿਆ ਗਿਆ। ਤੇ WHO ਨੇ ਇਹ ਵੀ ਦੱਸਿਆ ਕਿ ਕਰੋਨਾ ਵਾਇਰਸ ਦੇ ਕਾਰਨ ਜਿਹੜੇ ਲੋਕ ਨੇ ਉਹ ਇਸ ਦਾ ਭਿਆਨਕ ਰੂਪ ਹਜੇ ਦੇਖਣਗੇ। ਹਜੇ ਬਹੁਤ ਘੱਟ ਜਿਹੜਾ ਹੈਗਾ ਕਰੋਨਾ ਵਾਇਰਸ ਫੈਲਿਆ ਹੈ, ਗਾਂ ਹੋਰ ਵੀ ਫੈਲ ਸਕਦਾ ਹੈ। ਸਾਨੂੰ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣੀ ਪਵੇਗੀ, ਫਿਜ਼ੀਕਲ ਡਿਸਟੈਂਸਿੰਗ ਬਣਾ ਕੇ ਰੱਖਣੀ ਪਵੇਗੀ। ਸੋ ਹੋਰ ਜਾਣਕਾਰੀ ਦੇ ਲਈ ਅੱਜ ਫਿਰ ਮੇਰੇ ਨਾਲ ਡਾਕਟਰ ਪ੍ਰਗਟ ਸਿੰਘ ਪੁਰਜੀ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਤੋਂ ਅਪਡੇਟਸ ਲੈਂਦੇ ਹਾਂ। ਸੋ ਡਾਕਟਰ ਪੁਰਜੀ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਅਰਸ਼ ਜੀ, ਔਰ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਕਿਵੇਂ ਹੋ? ਠੀਕ ਠਾਕ ਹੋ? ਆਨੰਦ, ਕਿਰਪਾ, ਦਾਤੇ ਦੀ ਫੁੱਲ ਕਿਰਪਾ। ਬਿਲਕੁਲ। ਤੇ ਹੁਣ ਅੱਜ ਤੱਕ ਦੀ ਅਪਡੇਟ ਦੱਸੋ ਸਾਨੂੰ ਕਿ ਕੀ ਅਪਡੇਟ ਆ ਰਹੀ ਹੈ ਕਰੋਨਾ ਵਾਇਰਸ ਦੇ ਪ੍ਰਤੀ। ਦੇਖੋ, ਬ੍ਰਿਟਿਸ਼ ਕੋਲੰਬੀਆ ਜਿਹੜਾ ਪਿਛਲੇ ਕਰੀਬਨ ਹੁਣ 3 ਹਫ਼ਤੇ ਤੋਂ ਹੀ ਜਿਹੜੀ ਫਲੈਟਨੈਸ ਕਰਕੇ ਥੱਲੇ ਨੂੰ ਆ ਰਿਹਾ, ਤੇ ਸਾਡੇ ਐਡਮਿਸ਼ਨ 100 ਦੇ ਲਾਗੇ ਚਾਗੇ ਹੁੰਦੇ ਆ, ਡੈਥ 1 ਤੋਂ 3 ਹੁੰਦੀ ਆ। ਅੱਜ ਇੱਕੋ ਹੀ ਡਿਕਲੇਅਰ ਕੀਤੀ ਡਾਕਟਰ ਬੋਨੀ ਹੈਨਰੀ ਨੇ। ਔਰ ਜਿਹੜੇ ICU 'ਚ ਆ, ਪਹਿਲਾਂ ਸਾਡੇ ਕੋਲ ਬਹੁਤ ਜ਼ਿਆਦਾ ਹੁੰਦੇ ਸੀ, ਹੁਣ ਘੱਟਦੇ 50 ਤੱਕ ਰਹਿ ਗਿਆ। ਦੂਜੀ ਗੱਲ ਹੈਗੀ ਆ ਵੀ ਓਨਟੇਰੀਓ ਔਰ ਕਿਊਬੈਕ ਜਿੱਥੇ ਜ਼ਿਆਦਾ ਇਹ ਮਤਲਬ ਮਹਾਮਾਰੀ ਦੇਖੀ ਗਈ, ਉੱਥੇ ਵੀ ਹੁਣ ਫਲੈਟਨੈਸ ਆ ਕੇ ਉਹਨਾਂ ਦਾ ਵੀ ਕਰਵ ਥੱਲੇ ਨੂੰ ਆਊਗਾ। ਓਵਰਆਲ ਕੈਨੇਡਾ ਠੀਕ ਚੱਲ ਰਿਹਾ, ਕਰੀਬਨ ਇਸ ਵੇਲੇ 38,000 ਪੋਜ਼ਿਟਿਵ ਕੇਸਿਸ ਆ। ਹੋ ਸਕਦਾ ਜ਼ਿਆਦਾ ਵੀ ਹੋਣ। ਇਹ ਤੇ ਉਹ ਆ ਜਿਹੜੇ ਆਪਾਂ ਟੈਸਟ ਕੀਤੇ ਆ, ਤਕਰੀਬਨ 1800 ਮੌਤਾਂ, ਲੇਕਿਨ 40% ਰਿਕਵਰ ਵੀ ਹੋਏ। BC 'ਚ 60 ਤੋਂ 65% ਰਿਕਵਰ ਵੀ ਹੋਏ। ਹੁਣ ਅਗਰ ਆਪਾਂ ਦੇਖੀਏ, ਅਸੀਂ ਕੰਪੇਅਰ ਟੂ ਅਮਰੀਕਾ ਬਹੁਤ ਅੱਛਾ ਪਰਫਾਰਮ ਕੀਤਾ। ਔਰ ਨਾਰਥ ਜਿਹੜੇ ਅਮਰੀਕਾ ਦੇ ਵਿੱਚ ਸਾਡੀ ਜਿਹੜੀ ਸਟੈਟਿਸਟਿਕਸ ਆ ਬਹੁਤ ਵਧੀਆ, ਕਿਉਂਕਿ ਸਾਰਿਆਂ ਨੇ ਲਿਸਨ ਕੀਤਾ ਹੈਲਥ ਅਥਾਰਟੀਜ਼ ਨੂੰ। ਆਪਾਂ ਘਰਾਂ 'ਚ ਰਹੇ, ਫਿਜ਼ੀਕਲ ਡਿਸਟੈਂਸ ਅਗਰ ਬਾਹਰ ਜਾਂਦੇ ਮੇਨਟੇਨ ਕਰਦੇ ਆ, ਮਾਸਕ ਲਾਉਂਦੇ ਆ, ਹੈਂਡ ਹਾਈਜੀਨ ਕਰਦੇ ਆ। ਸੋ ਇਹ ਵਧਾਈ ਦਾ ਸਿਹਰਾ। ਪਾਰਟੀਸਪੇਸ਼ਨ ਜਿਹੜੀ ਹੈਗੀ ਆ ਆਵਾਮ ਦੀ ਜਿਹੜੀ ਹੈਗੀ ਆ, ਉਹਨਾਂ ਨੇ ਗੱਲ ਨੂੰ ਮੰਨਿਆ। ਹੈਲਥ ਅਥਾਰਟੀਜ਼ ਨੇ ਉਹਨਾਂ ਨੂੰ ਜੋ ਸੰਦੇਸ਼ ਦਿੱਤੇ ਸੀ ਫੋਲੋ ਕੀਤੇ। ਅੱਛਾ ਡਾਕਟਰ ਪੁਰਜੀ, ਜਿਵੇਂ ਕਹਿ ਰਹੇ ਆ ਕਿ BC ਦੇ ਵਿੱਚ ਜਿਵੇਂ ਹੋਰ ਜਗ੍ਹਾ ਦੇ ਉੱਤੇ ਟੈਸਟ ਹੋ ਰਹੇ ਆ ਉਸ ਹਿਸਾਬ ਨਾਲ ਹੋ ਨਹੀਂ ਰਹੇ, ਤੇ ਇਹ ਕੁਐਸਚਨ ਜਦੋਂ ਡਾਕਟਰ ਬੋਨੀ ਹੈਨਰੀ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਕਿ ਮੈਨੂੰ ਲੱਗਦਾ ਨਹੀਂ ਕਿ ਜਿਹੜਾ ਟੈਂਪਰੇਚਰ ਚੈੱਕ ਕਰਨਾ ਹੈਗਾ ਆ ਉਹ ਜ਼ਰੂਰੀ ਹੈਗਾ ਆ। ਸੋ ਤੁਹਾਨੂੰ ਕੀ ਲੱਗਦਾ ਜਿਹੜਾ ਟੈਂਪਰੇਚਰ ਚੈੱਕ ਕਰਨਾ ਆ ਉਹ ਜ਼ਰੂਰੀ ਨਹੀਂ ਹੈਗਾ? ਸੋ ਕੀ ਸਿਸਟਮ ਚੱਲ ਰਿਹਾ BC ਦੇ ਵਿੱਚ ਟੈਸਟਿੰਗ ਨੂੰ ਲੈ ਕੇ? ਦੇਖੋ, ਮੈਂ ਪਹਿਲਾਂ ਦੱਸਣਾ ਚਾਹੁੰਦਾ ਵੀ ਜਿਹੜੇ ਵੀ ਅਸੀਂ ਫਰੰਟ ਲਾਈਨ ਵਰਕਰ ਹੈਗੇ, ਡਾਕਟਰ, ਨਰਸਿਸ, ਰੈਸਪੀਰੇਟਰੀ ਥੈਰੇਪਿਸਟ, ਅਗਰ ਸਾਨੂੰ ਮਾਮੂਲੀ ਜਿਹਾ ਵੀ ਲੱਛਣ ਹੁੰਦਾ ਕੋਵਿਡ ਦਾ, ਸਾਡਾ ਟੈਸਟਿੰਗ ਹੁੰਦਾ, ਕਿਉਂਕਿ ਅਸੀਂ ਫਿਰ ਸਪਰੈਡ ਨਾ ਕਰੀਏ, ਕਿਉਂਕਿ ਅਸੀਂ ਤਾਂ ਕੰਟੈਕਟ 'ਚ ਆ ਰਹੇ ਹਾਂ ਪੇਸ਼ੈਂਟਸ ਦੇ। ਦੂਜੇ ਫਸਟ ਰਿਸਪੌਂਡਰਸ ਜਿੱਦਾਂ ਪੁਲਿਸਮੈਨ ਆ, ਟਰੱਕਰਸ ਹੈ, ਗਰੋਸਰੀ ਵਾਲੇ, ਜਿਨ੍ਹਾਂ ਦਾ ਵਾਹ ਪੈਣਾ ਆਵਾਮ ਦੇ ਨਾਲ। ਬਹੁਤ ਸਾਰੇ ਵਿਅਕਤੀ ਸਨ ਔਰ ਉਹਨਾਂ ਦਾ ਇੱਕ ਰੋਸ ਵੀ ਸੀ ਹੁਣ ਤੱਕ ਵੀ ਸਾਨੂੰ ਬਹੁਤ ਸਾਰੇ ਲੱਛਣ ਹੈਗੇ ਕੋਵਿਡ ਦੇ, ਲੇਕਿਨ ਅਸੀਂ ਬਿਲਕੁਲ ਠੀਕ ਹੈਗੇ ਆ। ਸੋ ਉਹਨਾਂ ਨੂੰ ਕਿਹਾ ਜਾਂਦਾ ਸੀ ਤੁਸੀਂ ਆਪਣੇ ਆਪ ਨੂੰ ਆਈਸੋਲੇਸ਼ਨ 'ਚ ਰੱਖੋ 14 ਦਿਨ ਵਾਸਤੇ। ਅਗਰ ਤੁਹਾਡੀ ਕਲੀਨਿਕਲ ਕੰਡੀਸ਼ਨ ਖਰਾਬ ਹੋ ਰਹੀ ਆ ਤੇ ਵਾਕਿਆ ਤੁਹਾਨੂੰ ਫਿਰ ਹਸਪੀਟਲ ਆਉਣਾ ਚਾਹੀਦਾ। ਔਰ 92% ਲੋਕੀ ਜਿਹੜੇ ਹੈਗੇ ਘਰਾਂ 'ਚ ਬੈਠੇ ਰਾਜੀ ਹੋਏ, ਲੇਕਿਨ ਉਹਨਾਂ ਦਾ COVID-19 ਟੈਸਟਿੰਗ ਨਹੀਂ ਹੋਈ। ਹੁਣ ਇਹਦੇ 2 ਰੀਜ਼ਨ ਸੀ। ਪਹਿਲਾ ਰੀਜ਼ਨ ਇਹ ਸੀ ਵੀ ਸਾਡੇ ਕੋਲ ਇੰਨੀ ਟੈਸਟਿੰਗ ਕਿਟਸ ਨਹੀਂ ਸਨ। ਦੂਜਾ, ਜਿਹੜਾ ਟੈਸਟ ਕਰਦੇ ਹਾਂ ਅਸੀਂ 6 ਘੰਟੇ ਬਾਅਦ ਰਿਜ਼ਲਟ ਹੁੰਦਾ, ਔਰ ਮਸ਼ੀਨ ਕਰੀਬਨ 90 ਟੈਸਟ ਕਰ ਪਾਉਂਦੀ ਇੱਕ ਵਾਰੀ 'ਚ, ਜ਼ਿਆਦਾ ਟੈਸਟ ਨਹੀਂ ਕਰ ਪਾਉਂਦੇ। ਜਿਹੜਾ ਸਪਾਰਟਨ ਬਾਇਓਸਾਇੰਸ ਵਾਲਿਆਂ ਨੇ ਡਿਵੈਲਪ ਕੀਤਾ ਸੀ, ਇੱਕ ਕਿਊਬ ਜਿੱਦਾਂ ਟਿਸ਼ੂ ਪੇਪਰ ਜਿੰਨਾ ਸਾਈਜ਼ ਦਾ, ਉਹ ਇੱਕ ਟੈਸਟ ਇੱਕੋ ਵਾਰੀ ਕਰ ਸਕਦਾ, 30 ਤੋਂ 60 ਮਿੰਟ ਲੱਗਦੇ ਆ। ਲੇਕਿਨ ਉਹ ਮੋਸਟਲੀ ਰਿਮੋਟ ਏਰੀਆਜ਼ 'ਚ ਆ ਵੀ ਜਿੱਥੋਂ ਟੈਸਟ ਲੈਣਾ, ਉਹਨੂੰ ਟਰਾਂਸਪੋਰਟ ਕਰਨਾ, ਫਿਰ ਇੱਥੇ ਲੈ ਕੇ ਆਉਣਾ, ਫਿਰ ਉਹਨੂੰ ਰਿਪੋਰਟ ਦੇਣੀ। ਸੋ ਜਿਹੜੀ ਮੇਨ ਸਿਟੀਜ਼ ਹੈ ਉਹਦੇ ਜਿਹੜਾ PCR ਟੈਸਟ ਆ, ਪੋਲੀਮਰੇਜ਼ ਚੇਨ ਰਿਐਕਸ਼ਨ, ਉਹੀ ਚੱਲੂਗਾ। ਔਰ ਜਿਹੜੀ ਟੈਸਟਿੰਗ ਹੈਗੀ ਆ, ਇਹਨੂੰ ਡਾਕਟਰ ਬੋਨੀ ਹੈਨਰੀ ਕਹਿੰਦੇ ਆ ਵੀ ਹੁਣ ਜਿਹਨੂੰ ਵੀ COVID-19 ਦੇ ਲੱਛਣ ਹੈਗੇ ਆ ਉਹਨੂੰ ਆਫਰ ਕੀਤਾ ਜਾਊਗਾ। ਹੁਣ ਜਿਹੜੇ ਨਾ ਆਈਸਲੈਂਡ ਹੈ, ਉੱਥੇ ਉਹਨਾਂ ਨੇ ਨਾ ਰੈਂਡਮ ਟੈਸਟਿੰਗ ਕੀਤੀਆਂ ਸੀ ਲੋਕਾਂ ਦੇ ਉੱਤੇ। ਤਕਰੀਬਨ 40% ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਲੱਛਣ ਨਹੀਂ ਸੀ ਉਹ ਵੀ ਪੋਜ਼ਿਟਿਵ ਸੀ COVID-19 ਦੇ।
ਇੱਥੇ ਸਾਨੂੰ ਪਤਾ 25% ਲੋਕੀ ਜਿਨ੍ਹਾਂ ਨੂੰ ਲੱਛਣ ਨਹੀਂ ਆ ਉਹ ਵੀ COVID-19 ਕੈਰੀ ਕਰ ਰਹੇ ਆ। ਇਸ ਲਈ ਜਿਹੜਾ ਫਿਜ਼ੀਕਲ ਡਿਸਟੈਂਸ ਆ, ਬਾਹਰ ਜਾਂਦੇ ਉਦੋਂ ਮਾਸਕ ਲਾਉਣਾ, ਹੈਂਡ ਹਾਈਜੀਨ, ਇਹ ਕਰੀਬਨ ਕੁਝ ਸਾਲ ਤੱਕ ਸਾਨੂੰ ਕਰਨੀ ਪਏਗੀ, ਭਾਵੇਂ ਆਪਾਂ ਦੁਬਾਰਾ ਕੰਮ ਤੇ ਚਲੇ ਜਾਈਏ, ਸਕੂਲਾਂ 'ਚ ਚਲੇ ਜਾਈਏ, ਹੋਰ ਚੀਜ਼ਾਂ ਕਰਨ ਲੱਗ ਪਈਏ, ਕਿਉਂਕਿ ਸਾਨੂੰ ਪਤਾ ਨਹੀਂ ਏਸਿਮਟੋਮੈਟਿਕ ਕੈਰੀਅਰ ਹਮੇਸ਼ਾ ਰਹੇਗਾ। ਜੀ ਬਿਲਕੁਲ। ਤੇ ਡਾਕਟਰ ਪੁਰਜੀ, ਜਿਵੇਂ ਆਪਾਂ ਗੱਲਬਾਤ ਕੀਤੀ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਡਰ ਹੈਗਾ ਹੈ, ਹਜੇ ਵੀ ਹੈ, ਲੋਕ ਡਰ ਰਹੇ ਨੇ, ਉਹਨਾਂ ਦੇ ਦਿਲਾਂ ਦੇ ਵਿੱਚ ਨਾ ਡਿਫਰੈਂਟ ਤਰ੍ਹਾਂ ਦੇ ਸਵਾਲ ਆ ਰਹੇ ਨੇ ਕਿ ਕੀ ਇਹ ਕਰਨ ਨਾਲ ਕਰੋਨਾ ਹੋ ਜਾਏਗਾ, ਉਹ ਕਰਨ ਨਾਲ ਕਰੋਨਾ ਹੋ ਜਾਏਗਾ। ਸੋ ਮੇਰੇ ਕੋਲ ਥੋੜੇ ਜਿਹੇ ਰੈਂਡਮ ਕੁਐਸਚਨ ਹੈਗੇ ਜਿਹੜੇ ਹਰ ਕਿਸੇ ਦੇ ਮਨ ਦੇ ਵਿੱਚ ਆ ਰਹੇ ਨੇ। ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਜਦੋਂ ਹੁਣ ਥੋੜੀ ਜਿਹੀ ਗਰਮੀ ਆ ਰਹੀ ਹੈਗੀ ਹੈ, ਤੇ ਪਹਿਲਾ ਕੁਐਸਚਨ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਆਉਂਦਾ ਕਿ ਕੀ ਏਸੀ ਚਲਾਉਣ ਦੇ ਨਾਲ ਕਰੋਨਾ ਦਾ ਖਤਰਾ ਹੈ ਜੋ ਵੱਧ ਸਕਦਾ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਇਹ ਜਿਵੇਂ ਵਾਇਰਲ ਇਲਨੈਸ ਹੈਗਾ, ਔਰ ਏਸੀ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਬੇਫਿਕਰ ਰਹੋ, ਏਸੀ ਚਲਾ ਸਕਦੇ ਹੋ ਤੁਸੀਂ। ਇਹਦਾ ਖਤਰਾ ਇਹੀ ਆ ਵੀ ਇਹ ਟਰਾਂਸਮਿਟ ਹੋ ਸਕਦਾ, ਜਿੱਦਾਂ ਕੋਈ ਖੰਘ ਰਿਹਾ, ਕਿਸੇ ਨੂੰ ਛਿੱਕ ਮਾਰੀ ਆ, ਜਾਂ ਕੋਈ ਸਰਫੇਸ ਤੇ ਹੈਗਾ ਜਿਹਨੂੰ ਤੁਸੀਂ ਹੱਥ ਲਾ ਕੇ ਆਪਣੇ ਅੱਖ, ਨੱਕ ਔਰ ਮੂੰਹ ਨਾਲ ਟੱਚ ਕੀਤਾ। ਮਿਸ਼ੀਗਨ ਇੰਸਟੀਚਿਊਟ ਆਫ ਟੈਕਨੋਲੋਜੀ ਜਿਹੜੀ ਬਹੁਤ ਸੋਹਣੀ ਰਿਸਰਚ ਕਰਦੀ ਆ, ਉਹ ਦੱਸ ਰਿਹਾ ਵੀ 3 ਡਿਗਰੀ ਤੋਂ 17 ਡਿਗਰੀ ਸੈਲਸੀਅਸ 'ਚ ਵਾਇਰਸ ਜ਼ਿਆਦਾ ਐਕਟਿਵ ਹੁੰਦਾ, ਦੂਜੇ ਟੈਂਪਰੇਚਰ 'ਚ ਵੀ ਹੁੰਦਾ। ਇਸ ਲਈ ਤੁਸੀਂ ਦੇਖੋ, ਇਸ ਵੇਲੇ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਸਮਰ ਚੱਲ ਰਹੀ ਹੈ, ਇਸ ਲਈ ਉੱਥੇ ਕੇਸ ਬਹੁਤ ਘੱਟ ਆ। ਅਗਰ ਆਪਾਂ ਆਖੀਏ, ਉਹਨਾਂ ਦੀਆਂ ਕਰੀਬਨ 2.5 ਡੈਥ ਪਰ ਮਿਲੀਅਨ ਹੈਗੀਆਂ। ਕੈਨੇਡਾ ਦੀ ਹੈਗੀ ਕਰੀਬਨ 45। ਜਿਹੜੇ ਹੋਰ ਕੰਟਰੀਜ਼ ਹੈ ਉਹਨਾਂ ਦੀ ਹੋਰ ਜ਼ਿਆਦਾ ਹੈਗੀ ਆ। ਸੋ ਉਹ ਹੁਣ ਵਿੰਟਰ 'ਚ ਜਾਣਗੇ, ਜਦੋਂ ਅਸੀਂ ਸਮਰ 'ਚ ਆਵਾਂਗੇ ਉਦੋਂ ਅਸੀਂ ਦੇਖਾਂਗੇ ਵੀ ਉੱਥੇ ਪਸਾਰਾ ਕਿੱਦਾਂ ਹੁੰਦਾ। ਬਿਲਕੁਲ। ਤੇ ਇੱਕ ਹੋਰ ਕੁਐਸਚਨ ਜਿਹੜਾ ਇਹਦੇ ਨਾਲ ਦਾ ਹੈ ਕਿ ਜਦੋਂ ਅਸੀਂ ਲੱਛਣਾਂ ਦੀ ਗੱਲ ਕਰਦੇ ਹਾਂ ਵੀ ਕਰੋਨਾ ਵਾਇਰਸ ਕਿਸ ਤਰ੍ਹਾਂ ਦੇ ਲੱਛਣ ਹੁੰਦੇ ਆ ਜਿਹੜਾ ਕਰੋਨਾ ਵਾਇਰਸ ਤੋਂ ਪੀੜਤ ਹੁੰਦਾ, ਤਾਂ ਉਹਦੇ ਨਾਲ ਰੈੱਡ ਆਈਜ਼ ਜਾਂ ਪਿੰਕ ਆਈਜ਼ ਜੇ ਕਿਸੇ ਦੀਆਂ ਹੋਣ ਤਾਂ ਉਹਨੂੰ ਵੀ ਕਰੋਨਾ ਵਾਇਰਸ ਹੋ ਸਕਦਾ? ਦੇਖੋ, ਹੁਣ ਹੈਡ ਟੂ ਟੋ ਕਿੱਥੇ ਵੀ ਹੋ ਸਕਦਾ। ਕਈ ਮੇਰੇ ਕੋਲ ਪਿਕਚਰਾਂ ਆ ਰਹੀਆਂ ਵੀ ਕਿਸੇ ਦੇ ਜਿਹੜੇ ਪੈਰਾਂ ਦੇ ਅੰਗੂਠੇ ਆ, ਪੈਰਾਂ ਦੀ ਉਂਗਲੀਆਂ, ਉੱਚੇ ਵੀ ਇਨਫੈਕਸ਼ਨ ਹੋਇਆ, ਕਿਸੇ ਨੂੰ ਹਾਰਟ ਦੇ ਵਿੱਚ ਇਨਫੈਕਸ਼ਨ ਹੋਇਆ, ਕਿਸੇ ਨੂੰ ਕਿਡਨੀ 'ਚ, ਕਿਸੇ ਨੂੰ ਆਂਤੜੀਆਂ 'ਚ ਉਲਟੀਆਂ ਟੱਟੀਆਂ ਵੀ ਲੱਗੀਆਂ, ਰੈਸ਼ਿਸ ਵੀ ਹੋਏ, ਔਰ ਕਿਸੇ ਨੂੰ ਆਈ ਇਨਫੈਕਸ਼ਨ ਵੀ ਹੋਇਆ। ਲੇਕਿਨ ਬਹੁਤਾਤਰ ਜਿਹੜਾ ਆਈ ਇਨਫੈਕਸ਼ਨ ਹੈਗਾ ਉਹ ਮੋਸਟਲੀ ਰੈਗੂਲਰ ਵਾਇਰਸਿਸ ਤੋਂ ਹੁੰਦਾ। ਐਲਰਜੀਸ ਤੋਂ ਜ਼ਿਆਦਾ ਲਾਲੀ ਹੁੰਦੀ ਹੈ, ਇਸ ਸੀਜ਼ਨ ਐਲਰਜੀ ਦਾ ਜ਼ਿਆਦਾ ਹੈਗਾ। ਮੈਂ ਆਈ ਰੈਡਨੈਸ ਹਰ ਸਾਲ ਦੇਖਦਾ ਬੱਚਿਆਂ 'ਚ, ਅੱਖਾਂ ਸੁੱਜ ਜਾਣੀਆਂ, ਲਾਲ ਹੋਣੀਆਂ, ਇਚਿੰਗ ਹੋਣੀਆਂ। ਲੇਕਿਨ ਅਗਰ ਤੁਹਾਡਾ ਕੰਟੈਕਟ ਹੈਗਾ, ਤੁਹਾਡੀ ਹਿਸਟਰੀ ਹੈਗੀ ਆ, ਤੇ ਜ਼ਰੂਰ ਚੈੱਕ ਕਰਾਉਣਾ ਚਾਹੀਦਾ। ਬਿਲਕੁਲ। ਤੇ ਹੁਣ ਇੱਕ ਗੱਲ ਹੋਰ ਵੀ ਆ ਰਹੀ ਹੈ ਸਾਹਮਣੇ ਕਿ ਕਿਸੇ ਦਾ ਫੇਸ ਵੀ ਬਲੈਕ ਹੋ ਰਹੇ ਹੈਗੇ ਆ। ਕਈ ਡਾਕਟਰਸ ਨੇ ਜਿਨ੍ਹਾਂ ਦੇ ਫੇਸ ਬਲੈਕ ਹੋ ਰਹੇ ਨੇ। ਸੋ ਅਲੱਗ-ਅਲੱਗ ਸਿੰਪਟਮਸ ਜਿਹੜੇ ਉਹ ਨਜ਼ਰ ਆ ਰਹੇ ਨੇ। ਤੇ ਨਾਲ ਹੁਣ ਕੰਟੈਕਟ ਲੈਂਸ ਬਹੁਤ ਜ਼ਿਆਦਾ ਲੋਕ ਪਾਉਂਦੇ ਨੇ, ਤੇ ਆਪਾਂ ਕਹਿ ਰਹੇ ਹਾਂ ਕਿ ਹੈਂਡ ਵਾਸ਼ ਕਰਕੇ ਤੁਸੀਂ ਕੰਟੈਕਟ ਲੈਂਸ ਪਾਓ ਜਾਂ ਕੁਛ। ਸੋ ਉਹ ਕਹਿੰਦੇ ਕਈ ਵਾਰ ਰੈਗੂਲਰ ਮਾਰਨਿੰਗ ਦੇ ਵਿੱਚ ਉਹ ਪਾਉਂਦੇ ਨੇ, ਐਂਡ ਆਫ ਦ ਡੇ ਉਹ ਅੱਖਾਂ ਚੋਂ ਬਾਹਰ ਕੱਢਣੇ ਦੇ ਨੇ। ਕੀ ਉਹ ਪਾਉਣਾ ਸੇਫ ਹੈਗਾ? ਇਹਦੇ ਉੱਤੇ ਕੋਈ ਸਟੱਡੀ ਨਹੀਂ ਆ, ਲੇਕਿਨ ਉਹ ਜਿਹੜੇ ਡਿਸਪੋਜ਼ੇਬਲ ਲੈਂਸਿਸ ਹੁੰਦੇ ਆ ਉਹ ਪਲਾਸਟਿਕ ਦੇ ਬਣਾਏ ਹੁੰਦੇ ਹਨਾ। ਸੋ ਇਹ ਵੀ ਇੱਕ ਮੀਡੀਅਮ ਹੋ ਸਕਦਾ, ਕਿਉਂਕਿ ਪਲਾਸਟਿਕ 'ਚ ਲੰਬੇ ਅਰਸੇ ਤੱਕ ਰਹਿ ਸਕਦਾ ਵਾਇਰਸ। ਸੋ ਜਿਹੜੇ ਪੁਰਾਣੇ ਕੰਟੈਕਟ ਲੈਂਸਿਸ ਹੁੰਦੇ ਸੀ ਉਹ ਗਲਾਸ ਦੇ ਬਣੇ ਹੁੰਦੇ ਸੀ। ਸੋ 2 ਆਪਸ਼ਨ ਹੈਗੇ ਉਹਨਾਂ ਨੂੰ। ਪਹਿਲੀ ਗੱਲ ਤਾਂ ਕੰਟੈਕਟ ਲੈਂਸਿਸ ਨਾ ਪਾਉਣ, ਚਸ਼ਮਾ ਲਾ ਲੈਣ। ਦੂਜਾ, ਅਗਰ ਗਲਾਸ ਦੇ ਉਹਨਾਂ ਦੇ ਕੰਟੈਕਟ ਲੈਂਸਿਸ ਉਹ ਆ। ਤੀਜਾ, ਅਗਰ ਡਿਸਪੋਜ਼ੇਬਲ ਹੈਗੇ, ਹੈਂਡ ਵਾਸ਼ ਉਹਨਾਂ ਨੇ ਚੰਗੀ ਤਰ੍ਹਾਂ ਕੀਤਾ, ਕਿਉਂਕਿ ਜਿਹੜਾ ਡਿਸਪੋਜ਼ੇਬਲ ਹੁੰਦਾ ਇੰਡੀਵਿਜੂਅਲ ਪੈਕਡ ਹੁੰਦਾ, ਔਰ ਸੀਲਡ ਹੁੰਦਾ, ਉਹ 'ਚ ਕੋਈ ਵਾਇਰਸ ਬੈਕਟੀਰੀਆ ਨਹੀਂ ਹੁੰਦਾ, ਨਾਲ ਲਿਕੁਇਡ ਵੀ ਹੁੰਦਾ। ਮੈਂ ਆਪ ਕੰਟੈਕਟ ਲੈਂਸਿਸ ਡਿਸਪੋਜ਼ੇਬਲ ਯੂਜ਼ ਕਰਦਾ ਰਿਹਾ। ਓਵਰਨਾਈਟ ਵੀ ਮੇਰੇ ਚੱਲਦੇ ਰਹੇ, ਜਿਹੜੇ 24 ਘੰਟੇ, ਕਿਉਂਕਿ ਮੈਂ ਹਸਪੀਟਲ ਸ਼ਿਫਟ ਬਹੁਤ ਕਰਦਾ ਸੀ। ਉਹਦੇ ਬਾਅਦ ਫਿਰ ਮੈਂ ਲੇਜ਼ਰ ਸਰਜਰੀ ਕਰਾ ਲਈ। ਲੇਕਿਨ ਹੁਣ ਇਸ ਵੇਲੇ ਲੇਜ਼ਰ ਸਰਜਰੀ ਦਾ ਟਾਈਮ ਨਹੀਂ ਹੈਗਾ ਇਹ ਮਹਾਮਾਰੀ ਨੂੰ ਠੱਲ ਪਾਉਣ ਦਾ। ਉਹਦੇ ਬਾਅਦ ਤੁਸੀਂ ਲੇਜ਼ਰ ਸਰਜਰੀ ਵੀ ਆਪਸ਼ਨ ਹੈਗਾ। ਅਗਰ ਮੇਰੀ ਹੁਣ 20 ਸਾਲ ਤੋਂ ਮੈਨੂੰ ਕਦੀ ਚਸ਼ਮਾ ਲਾਉਣ ਦੀ ਲੋੜ ਨਹੀਂ ਪਈ, ਕਿਉਂਕਿ ਜਿਹੜੀ ਚਸ਼ਮੇ ਦੀ ਡੰਡੀਆਂ ਸੀ ਪੱਗ ਦੇ ਇੱਥੋਂ ਜਾ ਕੇ ਕੰਨ ਦੇ ਪਿੱਛੇ ਜਾ ਕੇ, ਕਿਉਂਕਿ ਮੇਰੀ 24 36 ਘੰਟੇ ਦੀ ਸ਼ਿਫਟ ਹੁੰਦੀ ਸੀ, ਉਹ ਬਹੁਤ ਦੁਖਦੀਆਂ ਸੀ। ਸੋ ਮੇਰਾ ਤੇ ਇੱਕ ਰੀਜ਼ਨ ਸੀ। ਅਗਰ ਰੀਜ਼ਨ ਨਹੀਂ ਹੈਗਾ ਤਾਂ ਕਰਾਉਣ ਦੀ ਲੋੜ ਨਹੀਂ। ਬਿਲਕੁਲ। ਤੇ ਸੋ ਜੇ ਤੁਹਾਡੇ ਕੋਲ ਅਲੱਗ ਪੈਕੇਜ ਹੈਗੀ ਹੈ ਤਾਂ ਤੁਸੀਂ ਲੈਂਸਿਸ ਪਾ ਸਕਦੇ ਆ। ਸੋ ਹੁਣ ਇੱਕ ਡਰ ਹੋਰ ਗੱਲ ਦਾ ਹੋਇਆ ਕਿ ਕੈਸ਼ ਪੈਸਿਆਂ ਦੇ ਉੱਤੇ ਕਹਿੰਦੇ ਆ ਕਿ ਕਰੋਨਾ ਹੈਗਾ ਹੈ, ਕਿ ਸਾਨੂੰ ਹੁਣ ਉਹਨਾਂ ਨੂੰ ਹਰੇਕ ਟਾਈਮ ਵਾਸ਼ ਕਰਨਾ ਪੈਣਾ, ਕਿਉਂਕਿ ਕਈ ਕੰਟਰੀਜ਼ ਦੇ ਵਿੱਚ ਕਰੰਸੀ ਆਪਾਂ ਵਾਸ਼ ਨਹੀਂ ਕਰ ਸਕਦੇ। ਸਾਡੇ ਤਾਂ ਚਲੋ ਪਲਾਸਟਿਕ ਦੇ ਹੈਗੇ ਨੇ। ਸੋ ਕੈਸ਼ ਦਾ ਕਿੱਦਾਂ ਹੈ ਕਿ ਕੈਸ਼ ਨੂੰ ਕਿੰਨਾ ਕੁ ਐਕਸੈਪਟ ਕਰਨਾ ਚਾਹੀਦਾ? ਦੇਖੋ, ਅਗਰ ਤੁਹਾਡੇ ਕੋਲ ਕਾਰਡਸ ਹੈਗੇ ਆ, ਪ੍ਰੈਫਰੇਬਲੀ ਉਹ ਯੂਜ਼ ਕਰ ਲਓ। ਆਲਰੇਡੀ ਜਿਹੜਾ ਸਾਡਾ ਬੈਂਕ ਆਫ ਕੈਨੇਡਾ ਉਹ ਡਿਜੀਟਲ ਕਰੰਸੀ ਉੱਤੇ ਵਰਕ ਕਰ ਰਿਹਾ। ਆਉਣ ਵਾਲੇ ਟਾਈਮ 'ਚ ਜਿਹੜਾ ਕਰੋਨਾ ਦਾ ਮਹਾਮਾਰੀ ਹੈ, ਮੈਨੂੰ ਲੱਗਦਾ ਵੀ ਜੇਬ 'ਚ ਅਸੀਂ ਜਿਹੜੇ ਨੋਟ ਲਈ ਫਿਰਦੇ ਹਾਂ ਉਹ ਡਿਜੀਟਲਾਈਜ਼ ਹੋ ਜਾਣੇ। ਇੱਕ ਨਵੀਂ ਕਰੰਸੀ ਡਿਵੈਲਪ ਹੋਏਗੀ, ਪੂਰਾ ਸੰਸਾਰ ਉਹਨੂੰ ਐਕਸੈਪਟ ਕਰੂਗਾ, ਉਹ ਹੋਏਗੀ ਡਿਜੀਟਲ ਕਰੰਸੀ। ਲੇਕਿਨ ਅਜੇ ਤਾਂ ਮਤਲਬ ਮੈਂ ਕਹੂੰਗਾ ਵੀ
ਜਿਹੜੇ ਅਗਰ ਤੁਹਾਨੂੰ ਦੇਖੋ ਇਹ ਗੱਲ ਹੁੰਦੀ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਲੋ ਰਿਸਕ 'ਚ ਹੈਗੀਆਂ। ਮੈਂ ਜ਼ੀਰੋ ਨਹੀਂ ਕਹੂੰਗਾ ਲੇਕਿਨ ਰਿਸਕ ਬਹੁਤ ਲੋ ਹੈਗਾ। ਬੰਦੇ ਤੋਂ ਬੰਦੇ ਨੂੰ ਟਰਾਂਸਮਿਟ ਹੋਣਾ ਸਭ ਤੋਂ ਜ਼ਿਆਦਾ ਹਾਈ ਰਿਸਕ ਹੈਗਾ। ਲੇਕਿਨ ਅਗਰ ਫਿਰ ਵੀ ਤੁਹਾਨੂੰ ਲੱਗਦਾ ਚਿੰਤਾ ਹੈਗੀ ਆ, ਮਨ ਨੂੰ ਸ਼ਾਂਤ ਕਰਨਾ, ਤੇ ਫਿਰ ਤੁਸੀਂ ਸੈਨੀਟਾਈਜ਼ ਕਰ ਸਕਦੇ ਹੋ। ਪਲਾਸਟਿਕ ਦੇ ਜਿਹੜੇ ਸਾਡੇ ਵਧੀਆ ਵਧੀਆ ਡਾਲਰ ਬਿੱਲ ਹੈਗੇ ਆ, ਰੰਗ ਬਿਰੰਗੇ ਕਈ ਰੰਗਾਂ ਦੇ ਹਨਾ, ਲੇਕਿਨ ਹੁਣ ਇੰਡੀਆ ਦੇ ਪੈਸੇ ਉਹ ਪੇਪਰ ਦੇ ਆ, ਅਮਰੀਕਾ ਦੇ ਵੀ ਕਈ ਪੈਸੇ ਪੇਪਰ ਦੇ ਆ। ਸੋ ਉਹ ਫਿਰ ਕਰਦੇ ਕਰਦੇ ਤੇ ਕਰੰਸੀ ਤੋਂ ਵੀ ਜਾਓਗੇ, ਨੁਕਸਾਨ ਹੋ ਜਾਊਗਾ। ਸੋ ਬਿਲਕੁਲ। ਡਾਕਟਰ ਪੁਰਜੀਤ, ਇਹ ਹੁਣ BC ਦੇ ਵਿੱਚ ਜੋ ਅੱਜ ਦੀ ਅਪਡੇਟ ਹੈਗੀ ਆ ਉਹਦੇ ਵਿੱਚ ਹੈਗੀ ਹੈ ਕਿ ਇੱਕ ਫਾਰਮ ਦੇ ਵਿੱਚ ਵੀ ਕਰੋਨਾ ਵਾਇਰਸ ਆ ਗਿਆ, ਜਿੱਥੇ EMPLOYEE ਸੀ ਉਹ ਇਨਫੈਕਟਡ ਸੀਗੇ। ਤੇ ਹੁਣ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਹੈ, ਕਾਫੀ ਟਾਈਮ ਤੋਂ ਵੀ ਹੈ, ਕਿ ਫਿਸ਼ ਖਾਣ ਨਾਲ ਜਾਂ ਚਿਕਨ ਖਾਣ ਨਾਲ ਵੀ ਕਰੋਨਾ ਵਾਇਰਸ ਹੋ ਸਕਦਾ। ਨਹੀਂ, ਫੂਡ ਖਾਣ ਨਾਲ ਨਹੀਂ ਹੁੰਦਾ, ਕਿਉਂਕਿ ਫੂਡ ਜਦੋਂ ਪਕਾਇਆ ਜਾਂਦਾ ਸਾਰੇ ਬੈਕਟੀਰੀਆ ਵਾਇਰਸ ਮਰ ਜਾਂਦੇ ਆ। ਜਿਹੜਾ ਯੂਨਾਈਟਿਡ ਪੋਲਟਰੀ ਪ੍ਰੋਸੈਸਿੰਗ ਪਲਾਂਟ ਹੈਗਾ ਵੈਨਕੂਵਰ ਕੋਰਡੋਵਾ ਸਟਰੀਟ ਤੇ 535 ਬਲਾਕ ਦੇ ਉੱਤੇ, ਉੱਥੇ ਸੰਡੇ ਤੋਂ ਕੇਸਿਸ ਦੇਖ ਰਹੇ ਆ, ਕਰੀਬਨ 28 ਕੇਸਿਸ ਉਹਨਾਂ ਦੇ ਆ ਗਏ, 71 ਉਹਨਾਂ ਦੇ EMPLOYEE ਆ, ਔਰ ਵੱਡੀ ਮਾਤਰਾ 'ਚ ਜਿਹੜੇ ਅੱਜ 25 ਕੇਸਿਸ ਆ ਉਹ ਵੀ ਉੱਥੋਂ ਆਏ ਆ। ਲੇਕਿਨ ਸਾਲਮੋਨੇਲਾ, ਸ਼ਿਗੇਲਾ, ਜਿਹਦੇ ਨਾਲ ਸਾਨੂੰ ਡਾਇਰੀਆ ਹੁੰਦਾ, ਟੱਟੀਆਂ ਲੱਗਦੀਆਂ, ਬਲੱਡ ਹੁੰਦਾ ਟੱਟੀਆਂ 'ਚ, ਉਹ ਜ਼ਿਆਦਾ ਟਰਾਂਸਮਿਟ ਹੁੰਦਾ ਚਿਕਨ ਨਾਲੋਂ। ਕੋਈ ਰਿਸਰਚ ਨਹੀਂ ਸ਼ੋ ਕਰ ਰਿਹਾ ਵੀ ਕਰੋਨਾ ਹੁੰਦਾ। ਲੇਕਿਨ ਮੀਟ ਕਿਉਂਕਿ ਇੱਕ ਐਕਟਿਵ ਮੀਡੀਅਮ ਹੈਗਾ ਬੈਕਟੀਰੀਆ ਔਰ ਵਾਇਰਸ ਵਾਸਤੇ, ਸੋ ਸਾਨੂੰ ਅੱਛੀ ਤਰ੍ਹਾਂ ਉਹਨੂੰ ਸਾਫ਼ ਕਰਕੇ ਪਕਾਉਣਾ ਚਾਹੀਦਾ, ਜਿਹੜੇ ਵੀ ਮੀਡੀਅਮ ਦੇ ਨਾਲ ਤੁਸੀਂ ਪਕਾਉਂਦੇ ਹੋ, ਬਾਰਬੀਕਿਊ ਆ, ਤਰੀ ਵਾਲਾ ਜਾਂ ਓਵਨ 'ਚ ਹੈਗਾ, ਜਿੱਦਾਂ ਵੀ। ਸੋ ਨਹੀਂ, ਏਦਾਂ ਕੋਈ ਵੀ ਥਿਊਰੀ ਨਹੀਂ ਹੈਗੀ। ਸੋ ਤੁਸੀਂ ਜੋ ਅਗਰ ਚਿਕਨ ਔਰ ਫਿਸ਼ ਖਾਂਦੇ ਹੋ, ਖਾ ਸਕਦੇ ਹੋ। ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜਦੋਂ ਟੈਂਪਰੇਚਰ ਅਪ ਹੁੰਦਾ ਤਾਂ ਉਹਦੇ ਵਿੱਚ ਵਾਇਰਸ ਨਹੀਂ ਠਹਿਰਦਾ। ਤਾਂ ਹੁਣ ਲੋਕ ਕਹਿ ਰਹੇ ਆ ਕਿ ਸੂਰਜ ਦੀ ਰੋਸ਼ਨੀ ਦੇ ਵਿੱਚ ਬੈਠਣਾ ਚਾਹੀਦਾ, ਸਨ ਬਾਥ ਲਈ ਜਾ ਰਹੇ ਨੇ ਤੇ ਬਹੁਤ ਕੁਝ ਹੋਰ ਕੀਤਾ ਜਾ ਰਿਹਾ ਹੈਗਾ ਹੈ ਤਾਂ ਕਿ ਅਸੀਂ ਸੂਰਜ ਦੀ ਰੋਸ਼ਨੀ ਦੇ ਵਿੱਚ ਬੈਠਿਆ ਸਕੀਏ। ਸੋ ਕਿੰਨਾ ਟਾਈਮ ਸਨ ਬਾਥ ਕਰਨੀ ਚਾਹੀਦੀ? ਇਹ ਨਹੀਂ ਹੈਗਾ ਕਿ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੂਰਜ ਦੇ ਸਾਹਮਣੇ ਬੈਠ ਰਹੀਏ ਕਿ ਸਾਨੂੰ ਵਾਇਰਸ ਨਹੀਂ ਹੋਏਗਾ। ਸੋ ਇਹ ਵਧੀਆ ਤਰੀਕਾ ਹੈ ਜਾਂ ਨਹੀਂ? ਮੇਰੇ ਇੱਕ ਦੋ ਪੇਸ਼ੈਂਟ ਆਲਰੇਡੀ ਸਨਬਰਨਸ ਹੋ ਚੁੱਕੇ ਬੱਚਿਆਂ ਨੂੰ, ਕਿਉਂਕਿ ਬਾਹਰ। ਸੋ ਤੁਹਾਨੂੰ ਸਨ ਪ੍ਰੋਟੈਕਸ਼ਨ ਪਹਿਲਾਂ ਲਾਉਣਾ ਚਾਹੀਦਾ। ਇਵਨ ਅਗਰ ਕਲਾਉਡੀ ਹੈਗਾ ਤੇ UVA UVB ਜਿਹੜੇ ਰੇਸ ਹੈ ਉਹ ਆ ਰਹੇ ਆ, ਤਾਂ ਤੁਹਾਨੂੰ ਸਨ ਪ੍ਰੋਟੈਕਸ਼ਨ ਲੈਣਾ ਚਾਹੀਦਾ। ਸੂਰਜ ਦੇ ਵਿੱਚ ਅਗਰ ਆਪਾਂ ਜਾਈਏ ਤੇ ਸਾਨੂੰ ਵਿਟਾਮਿਨ D ਮਿਲੂਗੀ। ਵਿਟਾਮਿਨ D ਸਾਡਾ ਇਮਿਊਨ ਸਿਸਟਮ ਨੂੰ ਬਰਕਰਾਰ ਰੱਖਦਾ। ਔਰ ਜਿਹੜਾ ਵਾਇਰਸ ਹੈਗਾ, ਇਹਦੇ ਤੇ ਕੋਈ ਪੁਸ਼ਟੀ ਦੀ ਰਿਸਰਚ ਨਹੀਂ ਹੈਗੀ ਵੀ ਤੁਸੀਂ ਅਗਰ 20 ਡਿਗਰੀ 'ਚ ਬੈਠੇ ਤਾਂ ਵਾਇਰਸ ਬਿਲਕੁਲ ਨਹੀਂ ਆਊਗਾ, ਕਿਉਂਕਿ ਜਦੋਂ ਸਪਰੈਡ ਹੋ ਰਿਹਾ ਸੀ ਸਿੰਗਾਪੁਰ ਦਾ ਟੈਂਪਰੇਚਰ ਉਦੋਂ 32 ਡਿਗਰੀ ਸੀ ਜਦੋਂ ਸਪਰੈਡ ਹੋ ਰਿਹਾ ਸੀ। ਸੋ ਇਹਦੇ ਵਿੱਚ ਸਾਡੇ ਕੋਲ ਇਹ ਤੁਸੀਂ ਆਪਣੇ ਮਨ 'ਚ ਇਹ ਨਾ ਰੱਖੋ ਵੀ ਅਸੀਂ ਅੱਜ 18-20 ਡਿਗਰੀ ਹੈਗਾ BC 'ਚ ਵੀ ਵਾਇਰਸ ਜਿਹੜਾ ਹੈਗਾ ਮਰ ਜਾਊਗਾ। ਨਹੀਂ, ਉਹ ਖਾਲੀ ਲੈਬ 'ਚ ਐਕਸਪੈਰੀਮੈਂਟ ਹੁੰਦੇ ਆ, ਲੇਕਿਨ ਰੀਅਲ ਲਾਈਫ ਜਿਹੜੀ ਮੈਂ ਗੱਲ ਦੱਸੀ ਸਿੰਗਾਪੁਰ 'ਚ 32-33 ਡਿਗਰੀ ਸੈਲਸੀਅਸ 'ਚ ਵੀ ਵਾਇਰਸ ਸਪਰੈਡ ਹੋ ਰਿਹਾ ਸੀ। ਇੱਕ ਹੋਰ ਕੁਐਸਚਨ ਇਹ ਹੈ ਕਿ ਜਦੋਂ ਅਸੀਂ ਬਾਹਰੋਂ ਆਉਂਦੇ ਆ ਜਾਂ ਆਫਿਸ ਦੇ ਵਿੱਚੋਂ ਜਾਂਦੇ ਆ, ਕਈ ਲੋਕ ਕੰਮ ਕਰ ਵੀ ਰਹੇ ਹੈਗੇ ਨੇ, ਜਾਂ ਅਸੀਂ ਵਾਕ ਕਰਕੇ ਵੀ ਘਰ ਦੇ ਵਿੱਚ ਐਂਟਰ ਹੁੰਦੇ ਆ, ਕਿ ਐਵਰੀ ਟਾਈਮ ਸਾਨੂੰ ਕਲੋਥਸ ਚੇਂਜ ਕਰਨ ਦੀ ਲੋੜ ਹੈ? ਦੇਖੋ, ਇਹ ਦੋ ਤਿੰਨ ਗੱਲਾਂ। ਹੁਣ ਮੇਰੀ ਡਾਟਰ ਜਿਹੜੀ ਹੈਗੀ ਉਹ ICU 'ਚ ਕੰਮ ਕਰਦੀ ਆ। ਉਹ ਜਦੋਂ ਆਉਂਦੀ ਆ, ਉਹਦਾ ਆਪਦਾ ਘਰ ਹੈਗਾ, ਉਹ ਗੈਰੇਜ 'ਚ ਹੀ ਆਪਣੇ ਜਿਹੜੇ ਹੈਗੇ ਜੈਕਟ ਵਗੈਰਾ ਜਾਂ ਸ਼ੂਜ਼ ਜਿਹੜੇ ਹੈਗੇ ਲਾ ਕੇ, ਫਿਰ ਨਾਲ ਹੀ ਬਾਥਰੂਮ ਹੈਗਾ, ਉੱਥੇ ਸ਼ਾਵਰ ਲੈ ਕੇ, ਫਿਰ ਉਹ ਜਿਹੜੇ ਕੱਪੜੇ ਉੱਥੇ ਟੰਗ ਕੇ, ਉੱਥੇ ਕੱਪੜੇ ਨਵੇਂ ਪਏ ਹੁੰਦੇ ਪਾ ਕੇ ਜਾਂਦੀ। ਅਗਰ ਤੁਸੀਂ ਹਾਈ ਰਿਸਕ ਵਿੱਚ ਨਹੀਂ ਹੋ, ਫਰੰਟ ਲਾਈਨ ਵਰਕਰ ਨਹੀਂ ਹੋ, ਤਾਂ ਜਿੰਨੀ ਰੂਟੀਨ ਆਪਾਂ ਕਰਦੇ ਆ ਆਪਣੀ ਹਾਈਜੀਨ, ਉਹ ਠੀਕ ਹੈ। ਆਪਣੇ ਕੱਪੜੇ ਤੁਸੀਂ ਅਗਰ ਗੈਰੇਜ 'ਚ ਜਿਹੜੇ ਹੈਗੇ ਟੰਗ ਦੋ ਜਾਂ ਕਿੱਲੀ ਤੇ ਟੰਗ ਦੋ, ਜਿਹਨੂੰ ਤੁਹਾਡਾ ਫੈਮਿਲੀ ਟੱਚ ਨਾ ਕਰ ਪਾਏ, ਦੈਟਸ ਮੋਰ ਦੈਨ ਇਨਫ, ਕਿਉਂਕਿ ਵਾਇਰਸ ਜਿਹੜਾ ਹੈਗਾ 10 ਤੋਂ 20 ਘੰਟੇ ਤੱਕ ਮਰ ਜਾਂਦਾ ਉਹਦੇ ਵਿੱਚ। ਸੋ ਅਗਲੇ ਦਿਨ ਫਿਰ ਪਾ ਸਕਦੇ ਤੁਸੀਂ ਪਾਉਣੇ ਆ। ਪ੍ਰੈਫਰੇਬਲੀ ਅਗਰ ਇਸ਼ਨਾਨ ਕਰ ਲਓ ਤਾਂ ਵਧੀਆ, ਕਿਉਂਕਿ ਬਾਣੀ ਵੀ ਕਹਿੰਦੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਸੋ ਉਹਦੇ ਬੈਨੀਫਿਟ ਤਾਂ ਦੂਜੇ ਪਾਸੇ ਵੀ, ਤਨ ਨੇ ਮਨ ਨੇ ਉਦਾਂ ਹੀ ਅਰੋਗੀ ਰਹਿਣਾ। ਸੋ ਹਾਈਜੀਨ ਜਿਹੜੀ ਹੈਗੀ ਸਾਨੂੰ ਜਾਰੀ ਰੱਖਣੀ ਚਾਹੀਦੀ, ਲੇਕਿਨ ਬਹੁਤ ਜ਼ਿਆਦਾ ਸ਼ਾਵਰ ਦੀ ਵੀ ਲੋੜ ਨਹੀਂ ਹੈ। ਹਾਂਜੀ, ਕਿ ਜਿੰਨੀ ਵਾਰ ਤੁਸੀਂ ਘਰ ਆਏ ਵਾਪਸ ਆਏ ਤਾਂ ਤੁਹਾਨੂੰ ਉਨੀ ਵਾਰ ਸ਼ਾਵਰ ਲੈਣਾ ਪੈਣਾ? ਨਹੀਂ ਨਹੀਂ ਨਹੀਂ, ਇਹੋ ਜਿਹੀ ਇੰਨੀ ਜ਼ਿਆਦਾ ਵੀ ਤਰਾਸਦੀ ਨਹੀਂ ਆਈ। ਜਿਹੜੀ ਮੇਨ ਹੈਗਾ ਰੂਟ, ਦੇਖੋ ਇਹਦਾ ਅੱਖ, ਨੱਕ ਤੇ ਮੂੰਹ, ਇਹ ਉਹ ਹੱਥਾਂ ਨੇ ਤੁਹਾਨੂੰ ਲੈ ਕੇ ਜਾਣਾ। ਅਗਰ ਤੁਸੀਂ ਖੰਘਣਾ ਤੇ ਕੂਣੀ 'ਚ ਖੰਘਣਾ, ਕਿਉਂਕਿ ਕੂਣੀ ਤੋਂ ਆਪਾਂ ਅੱਖਾਂ ਨੂੰ ਟੱਚ ਨਹੀਂ ਕਰਦੇ, ਆਪਣੀ ਉਂਗਲਾਂ ਦੇ ਨਾਲ ਕਰਦੇ। ਹਰ ਮਿੰਟ 'ਚ ਅਸੀਂ 6 ਤੋਂ 8 ਵਾਰੀ ਆਪਣੇ ਫੇਸ ਨੂੰ ਟੱਚ ਕਰਦੇ ਆ ਅਨਨੋਇੰਗਲੀ। ਔਰ ਉਹਦੇ ਵੱਖ-ਵੱਖ ਰੀਜ਼ਨ ਨੇ। ਮੇਨ ਰੀਜ਼ਨ ਪਤਾ ਕੀ ਆ? ਜਦੋਂ ਅਸੀਂ ਫੇਸ ਨੂੰ ਤਾਂ ਟੱਚ ਕਰਦੇ ਆ, ਸਾਡੇ ਬੋਡੀ 'ਚ ਆਕਸੀਟੋਸਿਨ ਹਾਰਮੋਨ ਰਿਲੀਜ਼ ਹੁੰਦਾ, ਜਿਹੜਾ ਸਾਨੂੰ ਖੁਸ਼ੀ ਔਰ ਖੇੜਾ ਦਿੰਦਾ। ਦੂਜਾ, ਸਾਡਾ ਇੱਕ ਪ੍ਰਿਮਿਟਿਵ ਬਿਹੇਵੀਅਰ ਹੈਗਾ ਵੀ ਸਾਰਾ ਕੁਝ ਠੀਕ ਠਾਕ ਹੈਗਾ ਮੂੰਹ ਮਾਂਦਰਾ। ਸੋ ਇਹ ਪ੍ਰਿਮਿਟਿਵ ਐਕਸ਼ਨ ਹੈਗਾ ਔਰ ਬਹੁਤ ਵਾਰੀ ਅਸੀਂ ਰੋਕ ਨਹੀਂ ਪਾਉਂਦੇ।
ਇਸ ਲਈ ਜਦੋਂ ਮਾਸਕ ਲਾਉਂਦੇ ਆ ਅਸੀਂ ਨੱਕ ਹੋਰ ਮੂੰਹ ਦਾ ਤੇ ਪ੍ਰੋਟੈਕਸ਼ਨ ਸਾਡੀ ਹੋ ਗਈ, ਔਰ ਜਿਹੜੇ ਫਰੰਟ ਲਾਈਨ ਵਰਕਰ ਆ ਉਹਨਾਂ ਨੂੰ ਗੋਗਲਸ ਜਾਂ N95 ਲਾਉਣਾ ਪੈਂਦਾ ਤਾਂ ਕਿ ਅੱਖਾਂ ਵੀ ਸ਼ੀਲਡ ਰਹਿਣ। ਬਿਲਕੁਲ। ਤੇ ਇੱਕ ਅਸੀਂ ਜਦੋਂ ਗਰੋਸਰੀ ਸ਼ਾਪ ਕਰਨ ਜਾਂਦੇ ਆ ਤਾਂ ਹੁਣ ਉਹਨਾਂ ਨੇ ਆਪਣੇ ਘਰੋਂ ਬੈਗ ਲਿਆਉਣ ਨੂੰ ਨਹੀਂ ਕਿਹਾ, ਕਿ ਉਹ ਕਹਿੰਦੇ ਕਿ ਘਰੋਂ ਨਹੀਂ ਤਾਂ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਆ, ਜਾਂ ਜਿਹੜੀਆਂ ਬਾਸਕਟਸ ਹੁੰਦੀਆਂ ਤੁਸੀਂ ਉਹਦੇ ਵਿੱਚ ਸ਼ਾਪ ਕਰ ਸਕਦੇ ਆ। ਜਿਹੜੇ ਉੱਥੋਂ ਸਾਨੂੰ ਰੀਯੂਜ਼ੇਬਲ ਬੈਗ ਮਿਲਦੇ ਹੈਗੇ ਅਸੀਂ ਉਹ ਯੂਜ਼ ਕਰ ਸਕਦੇ ਆ ਕਿ ਉਹਨਾਂ ਨੂੰ ਘਰੇ ਲਿਆ ਕੇ ਡਿਸਟਰੋਏ ਕਰ ਦਿਓ ਜਾਂ ਰੀਸਾਈਕਲ ਚ ਪਾ ਦਿਓ? ਦੇਖੋ ਇਹ ਗੁੱਡ ਕੁਐਸਚਨ ਹੈਗਾ। ਜਿਹੜਾ ਘਰੋਂ ਲੈ ਕੇ ਜਾਣਾ ਉਹਦੇ ਵਿੱਚ ਗਰੋਸਰੀ ਪਾ ਕੇ ਲੈ ਕੇ ਆਉਣਾ, ਉਹਦਾ ਇਹ ਸੀ ਵੀ ਰਿਸਕ ਜਿਹੜਾ ਹੈਗਾ ਸਪਰੈਡ ਦਾ ਨਾ ਹੋਏ ਅਗਰ ਕੋਈ ਕੈਰੀ ਕਰ ਰਿਹਾ ਨਾ। ਸੋ ਜਿਹੜੇ ਗਰੋਸਰੀ ਚ ਜਿਹੜੇ ਹੈਗੇ ਮੇਰੇ ਖਿਆਲ ਨਾਲ 3 ਸੈਂਟ ਲੈਂਦੇ ਆ ਪਰ ਬੈਗ ਦਾ, ਜਿਹੜਾ ਪਲਾਸਟਿਕ ਦਾ ਹੈ ਨਾ, ਔਰ ਬਹੁਤੇ 3 ਤੋਂ 5 ਸੈਂਟ। ਸੋ ਬਹੁਤੇ ਜਿਹੜੇ ਲੋਕੀ ਆ ਉਹਨਾਂ ਨੂੰ 3 ਜਾਂ 4 ਬੈਗ ਲੱਗਦੇ ਹੈ ਨਾ। ਸੋ ਇਹੋ ਜਿਹੇ ਤਰਾਸਤੇ ਵਾਲੇ ਟਾਈਮ ਚ ਮੇਰੇ ਖਿਆਲ ਨਾਲ 20-25 ਸੈਂਟ ਥੋੜਾ ਐਕਸਟਰਾ ਚਲੇ ਗਏ, ਠੀਕ ਆ। ਅਗਰ ਤੁਹਾਨੂੰ ਔਖਿਆਈ ਲੱਗਦੀ ਤੇ ਮੈਂ ਸਾਰਿਆਂ ਨੂੰ ਦੇ ਦਿਆ ਕਰੂੰਗਾ ਆਪਣੇ ਵੱਲੋਂ। ਬਿਲਕੁਲ, ਕਿਉਂਕਿ ਉਹ ਬੈਗ ਹੁਣ ਕਹਿ ਰਹੇ ਆ ਕਿ ਤੁਸੀਂ ਦੁਬਾਰਾ ਰੀਯੂਜ਼ ਨਾ ਕਰੋ, ਕਈ ਲੋਕ ਲਿਆ ਕੇ ਸਿੱਟ ਰਹੇ ਹੈਗੇ ਆ। ਸੋ ਬਹੁਤ ਕਨਫਿਊਜ਼ਨ ਹੈਗੀ ਹੈ ਕਿ ਕੀ ਕਰਨਾ ਚਾਹੀਦਾ ਆ। ਸੋ ਫੂਡ ਦੀ ਅਸੀਂ ਗਰੋਸਰੀ ਦੀ ਗੱਲ ਕੀਤੀ ਹੈ ਤੇ ਟੇਕ ਆਊਟ ਫੂਡ ਹਜੇ ਵੀ ਚੱਲ ਰਿਹਾ ਹੈਗਾ, ਰੈਸਟੋਰੈਂਟ ਹਜੇ ਵੀ ਕੰਮ ਕਰ ਰਹੇ ਹੈਗੇ ਨੇ। ਸੋ ਟੇਕ ਆਊਟ ਫੂਡ ਖਾਣਾ ਕਿੰਨਾ ਕੁ ਸੇਫ ਹੈ, ਆਪਸ਼ਨ ਹੈਗੀ ਹੈ? ਸਹੀ ਹੈ, ਬਿਲਕੁਲ, ਕਿਉਂਕਿ ਉਹ ਕੁਕਡ ਹੁੰਦਾ। ਜਿੱਦਾਂ ਅਸੀਂ ਵੀ 3-4 ਡਿਫਰੈਂਟ ਜਗ੍ਹਾ ਤੋਂ ਮੰਗਾਇਆ, ਔਰ ਕਾਫੀ ਜਿਹੜੇ ਡਿਲੀਵਰੀ ਵਾਲੇ ਜਿਹੜੇ ਅਦਾਰੇ ਆ, ਜਿੱਦਾਂ ਮੇਰੇ ਖਿਆਲ ਨਾਲ ਡੋਰ ਡੈਸ਼ ਜਾਂ ਸਕਿਪ ਦ ਡਿਸ਼ਸ, ਕਈ ਰੈਸਟੋਰੈਂਟਸ ਉਹ ਤੁਹਾਨੂੰ ਫ੍ਰੀ ਮਤਲਬ ਉਹ ਦੇ ਰਿਹਾ ਵੀ ਤੁਹਾਨੂੰ ਪੇ ਨਹੀਂ ਕਰਨਾ ਪੈਂਦਾ ਡਿਲੀਵਰੀ ਵਾਸਤੇ, ਕਿਉਂਕਿ ਰੈਸਟੋਰੈਂਟ ਵੀ ਚਾਹੁੰਦੇ ਵੀ ਉਹਨਾਂ ਦੀ ਇਨਕਮ ਆਉਂਦੀ ਰਹੇ ਹੈ ਨਾ। ਸੋ ਕੁਛ ਰੈਸਟੋਰੈਂਟ ਚਾਰਜ ਕਰ ਰਹੇ, ਕੁਛ ਰੈਸਟੋਰੈਂਟ ਫ੍ਰੀ ਕਰ ਰਹੇ, ਔਰ ਇਹ ਸੇਫ ਹੈਗਾ ਕਿਉਂਕਿ ਉਹ ਫਰੇਜ਼ਰ ਹੈਲਥ ਦੇ ਜਿਹੜੇ ਕੁਕਿੰਗ ਪ੍ਰੋਟੋਕੋਲ ਹੈਗੇ ਉਹ ਸਾਰੇ ਫੋਲੋ ਕਰ ਰਹੇ ਆ। ਸੋ ਕੁਕਡ ਫੂਡ ਜਿਹੜਾ ਹੈਗਾ, ਜਿਹੜਾ ਬਾਹਰੋਂ ਆ ਰਿਹਾ ਰੈਸਟੋਰੈਂਟ ਤੋਂ, ਈਵਨ ਪੀਜ਼ਾ ਆ ਰਿਹਾ ਜਾਂ ਆਪਣੇ ਇੰਡੀਅਨ ਸਟੋਰਸ ਤੋਂ ਆ ਰਿਹਾ, ਗੋਰਿਆਂ ਦੇ ਆ ਰਿਹਾ, ਉਹ ਠੀਕ ਹੈਗਾ ਔਰ ਸੇਫ ਹੈਗਾ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਸੇਫ ਹੈਗਾ ਆ, ਪਰ ਇੱਕ ਇਹਦੇ ਨਾਲ ਹੀ ਜਿਹੜੀ ਡਰ ਬਣਿਆ ਹੋਇਆ ਉਹ ਹੈ ਕਿ ਜਿਹੜੇ ਡਿਲੀਵਰ ਕਰਨ ਆ ਰਹੇ ਆ, ਸੋ ਉਹਨਾਂ ਤੋਂ ਜਾਂ ਕਈ ਵਾਰੀ ਉਹਨਾਂ ਦੇ ਜੋ ਜਿਹੜੇ ਬੈਗ ਦੇ ਵਿੱਚ ਪਾ ਕੇ ਦੇ ਰਹੇ ਨੇ, ਸੋ ਉਹ ਟੱਚ ਕਰਨ ਦੇ ਨਾਲ, ਸੋ ਉਹਦੇ ਨਾਲ ਵੀ ਕੋਈ ਜਿਹੜੀ ਅਨਸੇਫਟੀ ਵਾਲੀ ਗੱਲ ਨਹੀਂ ਹੈਗੀ? ਮੈਂ 1-2 ਰੈਸਟੋਰੈਂਟ ਆਪ, ਕਿਉਂਕਿ ਜਦੋਂ ਵੀ ਹੁੰਦਾ ਮੈਂ ਆਪ ਜਾ ਕੇ ਦੇਖਦਾ। ਮੈਂ ਜਿੱਦਾਂ ਕੈਕਟਸ ਕਲੱਬ 'ਚ ਦੇਖਿਆ, ਜਿਹੜੇ ਡੋਰ ਡੈਸ਼ ਵਾਲੇ ਆ ਉਹ 6 ਤੋਂ 8 ਫੁੱਟ ਡਿਫਰੈਂਟ ਜਗ੍ਹਾ ਤੇ ਖਲੋਤੇ ਸੀ। ਉਹਨਾਂ ਦਾ 6 ਤੋਂ 8 ਫੁੱਟ ਡੋਰ ਤੋਂ ਲੈ ਕੇ ਟੇਬਲ ਹੈਗੇ 2 ਲਾਏ ਉਹਨਾਂ ਨੇ, ਉਹਦੇ ਉੱਤੋਂ ਇੰਡੀਵਿਜੂਅਲੀ ਜਿਹੜੇ ਕਾਰਡਬੋਰਡ ਦੇ ਬੈਗਸ ਹੁੰਦੇ ਆ ਉਹਦੇ ਉੱਤੇ ਇੱਕ ਉਹਨਾਂ ਨੇ ਸਟਿੱਕਰ ਟਾਈਪ ਲੌਕ ਲਾਇਆ, ਉਹਦੇ ਵਿੱਚ ਫੂਡ ਤੁਹਾਡਾ ਹੈਗਾ ਪਲਾਸਟਿਕ ਦੇ ਕੰਟੇਨਰ ਵਿੱਚ, ਉਹ ਵੀ ਲੌਕਡ ਹੈਗਾ, ਤੇ ਉਹ ਫਿਰ ਦਿੰਦੇ ਆ। ਤੇ ਇਹਨਾਂ ਨੇ ਗਲਵਸ ਪਾਏ ਹੋਏ ਆ ਜਿਹੜੇ ਡਿਲੀਵਰ ਕਰ ਰਹੇ। ਸੋ ਮੇਰੇ ਖਿਆਲ ਨਾਲ ਐਕਸਟ੍ਰੀਮਲੀ ਲੋ ਰਿਸਕ ਹੈਗਾ, ਕਿਉਂਕਿ ਪਹਿਲੀ ਗੱਲ ਤਾਂ ਜਿਹੜਾ ਫੂਡ ਸੀ ਉਹ ਉਹਨਾਂ ਨੇ ਸਟਿੱਕਰ ਲਾ ਕੇ ਸੀਲ ਕਰਤਾ ਅੰਦਰ ਕੰਟੇਨਰ ਦੇ ਵਿੱਚ, ਥੱਲੇ ਚਿੱਟਾ ਸੀਏਬਲ ਉੱਤੇ, ਥੱਲੇ ਕਾਲਾ ਉੱਤੇ ਸੀਏਬਲ ਟਰਾਂਸਪੇਰੈਂਟ ਪਲਾਸਟਿਕ ਹੈਗਾ। ਸੋ ਇੰਨੀ ਜ਼ਿਆਦਾ ਮੇਰੇ ਖਿਆਲ ਨਾਲ ਡਰਨ ਦੀ ਲੋੜ ਨਹੀਂ ਹੈਗੀ। ਕੰਟੇਨਰ ਤੋਂ ਫੂਡ ਕੱਢ ਕੇ ਤੁਸੀਂ ਆਪਣੇ ਭਾਂਡਿਆਂ 'ਚ ਪਾ ਕੇ ਖਾ ਸਕਦੇ, ਔਰ ਅਗਰ ਤੁਸੀਂ ਮਤਲਬ ਜਿਹੜਾ ਉਹ ਕੈਰੀ ਔਨ ਕਾਰਡਬੋਰਡ ਦਾ ਜੋ ਪੇਪਰ ਦਾ ਥਿਕ ਪੇਪਰ ਦਾ ਬੈਗ ਆ ਉਹਨੂੰ ਹੱਥ ਲਾ ਕੇ ਖੋਲਿਆ ਤੇ ਸਾਬਣ ਔਰ ਪਾਣੀ ਦੇ ਨਾਲ ਹੱਥ ਧੋ ਲਓ, ਹਨਾ। ਸੋ ਇਹ ਕਾਮਨ ਸੈਂਸ ਜਿਹੜੀ ਹੈਗੀ ਹੈ ਉਹ ਸਾਨੂੰ ਯੂਜ਼ ਕਰਨੀ ਚਾਹੀਦੀ ਹੈ। ਕਹਿ ਸਕਦੇ ਹਾਂ ਕਿ ਹਰ ਕੋਈ ਆਪਣੇ ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜੇ ਸੇਫਟੀ ਮੈਜਰਸ ਅਪਣਾ ਰਿਹਾ ਹੈਗਾ ਆ, ਜੋ ਜਿੰਨਾ ਕੁ ਵੀ ਹੋ ਸਕਦਾ ਹੈ ਉਨੀ ਤਰ੍ਹਾਂ ਦੇ ਨਾਲ ਉਹ ਜਿਹੜੀਆਂ ਗਾਈਡਲਾਈਨਸ ਨੇ ਉਹਨੂੰ ਫੋਲੋ ਕਰ ਸਕਦਾ ਹੈ। ਸੋ ਹੁਣ ਜਿਹੜਾ ਲਾਸਟ ਕੁਐਸਚਨ ਮੈਂ ਤੁਹਾਡੇ ਤੋਂ ਇਹ ਪੁੱਛਣ ਵਾਲੀ ਹਾਂ ਕਿ ਇੱਕ ਵਾਰ ਕਿਸੇ ਨੂੰ ਕਰੋਨਾ ਵਾਇਰਸ ਹੋ ਗਿਆ, ਸੋ ਦੁਬਾਰਾ ਵੀ ਹੋ ਸਕਦਾ? ਇਹ ਨਾ ਸਾਊਥ ਕੋਰੀਆ ਤੋਂ ਸਟੱਡੀ ਆਈ ਸੀ ਵੀ ਉੱਥੇ ਨਾ ਪਹਿਲਾ ਵੇਵ, ਜਿੱਦਾਂ ਹੁਣ ਸਾਡਾ ਪਹਿਲਾ ਵੇਵ ਆਲਮੋਸਟ ਖਤਮ ਹੋ ਜਾਣਾ ਆਉਣ ਵਾਲੇ ਕੁਝ ਹਫ਼ਤਿਆਂ 'ਚ, ਮਈ ਦੇ ਮਿਡਲ 'ਚ ਅਨਲੌਕਿੰਗ ਸ਼ੁਰੂ ਹੋ ਜਾਣੀ ਹੈ, ਜਿੱਦਾਂ ਸਾਨੂੰ ਅਸਾਰ ਨਜ਼ਰ ਆਉਣੇ ਸ਼ੁਰੂ ਹੋ ਗਏ ਆਲਰੇਡੀ। ਸੋ ਉਹਨਾਂ ਦਾ ਜਦੋਂ ਪਹਿਲਾ ਵੇਵ ਖਤਮ ਹੋਇਆ, ਉਹਨਾਂ ਨੇ ਹੌਲੀ ਜਿਹੜੇ ਹੈਗੇ ਆ ਖੋਲਣੇ ਸ਼ੁਰੂ ਕੀਤੇ। ਉਸ ਤੋਂ ਬਾਅਦ ਜਿਹੜੇ 140 ਪਹਿਲੀ ਸਟੱਡੀ ਹੈ 140 ਵਿਅਕਤੀ ਆ ਉਹ ਫਿਰ ਦੁਬਾਰਾ ਇਨਫੈਕਟ ਹੋਇਆ। ਸੋ ਕਿਤੇ ਨਾ ਕਿਤੇ ਜਿਹੜੀ ਇਹਦੀ ਇਮਿਊਨਿਟੀ ਆ ਉਹ ਸ਼ਾਰਟ ਲਿਵਡ ਰਹਿੰਦੀ ਆ। ਜਿੱਦਾਂ ਸਮਝੋ ਮੈਨੂੰ ਕੋਈ ਇਨਫੈਕਸ਼ਨ ਹੋ ਜਾਏ, ਮੇਰੇ ਬੋਡੀ ਦਾ ਇਮਿਊਨ ਸਿਸਟਮ ਉਹਦੇ ਅਗੇਂਸਟ ਫੌਜ, ਆਰਮੀ ਜਾਂ ਐਂਟੀਬੋਡੀਜ਼ ਬਣਾਉਂਦਾ, ਔਰ ਸਾਡਾ ਇਹ ਮੰਨਣਾ ਹੈ ਵੀ ਉਹ ਘੱਟ ਤੋਂ ਘੱਟ 10 ਸਾਲ ਤੱਕ ਰਹਿੰਦੇ ਆ। ਲੇਕਿਨ ਹੋ ਸਕਦਾ ਵੀ ਕਈ ਜਿਹੜੇ ਵਿਅਕਤੀ ਆ ਉਹ ਐਂਟੀਬੋਡੀ ਇਨਫ ਨਹੀਂ ਬਣਾ ਰਹੇ, ਕਈ ਬਿਲਕੁਲ ਬਣਾ ਰਹੇ ਆ, ਕਈ ਸ਼ਾਰਟ ਲਿਵਡ ਬਣਾ ਰਹੇ ਆ, ਕਈ ਲੌਂਗ ਟਰਮ ਬਣਾ ਰਹੇ, ਕਈਆਂ ਦਾ ਇਮਿਊਨ ਸਿਸਟਮ ਜਿਹੜਾ ਇਹਨੂੰ ਚੰਗੀ ਤਰ੍ਹਾਂ ਹੈਂਡਲ ਨਹੀਂ ਕਰ ਪਾਉਂਦਾ। ਸੋ ਮਲਟੀਪਲ ਇਹਦੇ ਰੀਜ਼ਨਸ ਹੈਗੇ ਆ, ਲੇਕਿਨ ਹਾਂ ਦੁਬਾਰਾ ਹੋ ਸਕਦਾ, ਏਦਾਂ ਨਹੀਂ ਵੀ ਇੱਕ ਵਾਰੀ ਹੋ ਗਿਆ। ਦੂਜੀ ਗੱਲ ਹੈਗੀ ਵੀ ਇਹਦਾ ਜਿਹੜਾ ਵੈਕਸੀਨ ਬਣ ਰਿਹਾ ਉਹ ਟੀਕੇ ਵੱਲ ਬਣ ਰਿਹਾ,
ਤੇ ਨੱਕ ਦੇ ਸਪਰੇ ਵਾਲਾ ਵੀ ਓਨਟਾਰੀਓ 'ਚ ਟ੍ਰਾਇਲਸ ਚੱਲ ਰਹੀਆਂ। ਜਿੱਦਾਂ ਫਲੂ ਦਾ ਟੀਕਾ ਵੀ ਹੁੰਦਾ, ਫਲੂ ਮਿਸਟ ਨੇਜ਼ਲ ਸਪਰੇ ਵੀ ਹੁੰਦੀ ਹੈ। ਹੁਣ ਉਹ ਜਦ ਤੱਕ ਨਹੀਂ ਆਉਂਦਾ ਤਦ ਤੱਕ ਸਾਡੇ ਕੋਲ ਕੋਈ ਡੈਫੀਨੇਟਿਵ ਪ੍ਰੋਟੈਕਸ਼ਨ ਨਹੀਂ ਹੈਗਾ। ਸੀਰੋਲੋਜੀਕਲ ਟੈਸਟਿੰਗ ਅੱਜ ਬੋਨੀ ਹੈਨਰੀ ਨੇ ਥੋੜਾ ਬਹੁਤ ਹਿੰਟ ਦਿੱਤਾ, ਜਿਹਨੂੰ ਆਪਾਂ ਐਂਟੀਬੋਡੀ ਟੈਸਟਿੰਗ ਕਹਿੰਦੇ ਆ, ਲੇਕਿਨ ਉਹ ਪਹਿਲਾਂ ਰਿਸਰਚ ਬੇਸ ਚੱਲੂਗਾ। ਜਿਹੜੇ ਹੋ ਚੁੱਕੇ ਆ, ਦੇਖੋ BC 'ਚ 60-65% ਰਿਕਵਰ ਹੋਏ ਆ ਨਾ, ਅਗਰ ਉਹ ਸਟੱਡੀ 'ਚ ਪਾਰਟਿਸਿਪੇਟ ਕਰਨਗੇ, ਉਹਨਾਂ ਦਾ ਬਕਾਇਦਾ ਹਰ ਹਫਤੇ 2 ਹਫਤੇ ਬਾਅਦ ਸੈਂਪਲ ਦੇਖਣਗੇ, ਐਂਟੀਬੋਡੀ ਦੀ ਲੈਵਲ ਦੇਖਣਗੇ, ਓਨੀ ਰਹਿੰਦੀ ਆ ਕਿ ਥੱਲੇ ਨੂੰ ਜਾਂਦੀ ਆ ਹਨਾ। ਉਸ ਤੋਂ ਬਾਅਦ ਇੱਕ ਚਾਰਟ ਬਣੂਗਾ, ਫਿਰ ਪਤਾ ਲੱਗੂਗਾ ਐਗਜ਼ੈਕਟਲੀ ਕਿੰਨੇ ਲੋਕਾਂ ਨੂੰ ਐਂਟੀਬੋਡੀ ਪ੍ਰੋਟੈਕਟ ਰਹਿੰਦੀ ਹੈ ਲੰਬੇ ਅਰਸੇ ਤੱਕ, ਕਿੰਨਾਂ ਨੂੰ ਨਹੀਂ ਰਹਿੰਦੀ। ਸੋ ਇਹ ਸਾਡੇ ਲਈ ਫਿਰ ਵੀ ਇੱਕ ਲਰਨਿੰਗ ਕਰੋ ਹੈਗਾ, ਲੇਕਿਨ ਦੁਬਾਰਾ ਇਨਫੈਕਸ਼ਨ ਹੋ ਸਕਦਾ। ਦੂਜੀ ਗੱਲ ਹੈਗੀ ਆ ਵੀ ਇਹ ਵਾਇਰਸ ਮਿਊਟੇਟ ਹੋ ਗਿਆ। ਮਿਊਟੇਟ ਦਾ ਮਤਲਬ ਵੀ ਇਹਦਾ ਜਿਹੜਾ ਜੈਨੇਟਿਕ ਸਟਰਕਚਰ ਸੀ, ਇਹ ਥੋੜਾ ਜਿਹਾ ਇਹਨੇ ਮੂੰਹ ਮਾਂਦਰਾ ਆਪਣਾ ਚੇਂਜ ਕਰ ਲਿੱਤਾ, ਕਿਉਂਕਿ ਹਰ ਇੱਕ ਜਿਹੜਾ ਜੀਵ ਜੰਤੂ ਹੈਗਾ ਉਹ ਆਪਣਾ ਸਟਰਕਚਰ ਚੇਂਜ ਕਰਕੇ ਉਹਦੀ ਸਰਵਾਈਵਲ ਬਣਦੀ ਹੈ। ਅਗਰ ਉਹੀ ਸਟਰਕਚਰ 'ਚ ਰਹੂਗਾ ਤੇ ਬਹੁਤ ਈਜ਼ੀਲੀ ਉਹਨੂੰ ਟਾਰਗੇਟ ਕਰਕੇ ਉਡਾਉਣਾ ਔਖਾ ਹੋ ਜਾਂਦਾ। ਸੋ ਵਾਇਰਸ ਭਾਵੇਂ ਹੈਗਾ ਬਹੁਤ ਛੋਟਾ, ਸਾਡੇ ਵਾਲ ਤੋਂ 1000 ਗੁਣਾ ਛੋਟਾ ਹੈਗਾ, ਲੇਕਿਨ ਦੇਖੋ ਉਹਨੂੰ ਵੀ ਅਕਲ ਹੈਗੀ ਆ ਵੀ ਮੈਂ ਆਪਣਾ ਮੂੰਹ ਮਾਂਦਰਾ ਜਿਹੜਾ ਹੈਗਾ ਚੇਂਜ ਕਰਨਾ, ਤਾਂ ਕਿ ਮੈਂ ਇਹਨਾਂ ਦੇ ਕਾਬੂ 'ਚ ਨਾ ਆਵਾਂ, ਇਹਨਾਂ ਦੇ ਰੇਡਾਰ ਤੇ ਨਾ ਆਵਾਂ। ਬਿਲਕੁਲ ਡਾਕਟਰ ਬਰਜੀਤ, ਜਿੱਦਾਂ ਆਪਾਂ ਕਿਹਾ ਕਿ ਉਹਨਾਂ ਨੂੰ ਬਿਲਕੁਲ ਹੋ ਸਕਦਾ ਹੈਗਾ ਆ, ਪਰ ਜਦੋਂ ਰਿਕਵਰ ਹੋ ਕੇ ਅਸੀਂ ਹਸਪੀਟਲ ਦੇ ਵਿੱਚੋਂ ਆ ਰਹੇ ਹੈਗੇ ਆ ਜਾਂ ਕੋਈ ICU ਵਿੱਚੋਂ ਵੀ ਆ ਰਿਹਾ ਹੈਗਾ ਆ, ਤਾਂ ਉਹਨੂੰ ਘਰ ਵਿੱਚ ਆ ਕੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਦੇਖੋ ਪਹਿਲੀ ਗੱਲ ਤੇ ਜਿਹੜਾ ਵਿਅਕਤੀ ਹਸਪੀਟਲ 'ਚ ਐਡਮਿਟ ਸੀ, ਡਿਸਚਾਰਜ ਹੋਇਆ, ਉਹ ਤਾਂ ਨੈਗੇਟਿਵ ਆ ਤਾਂ ਹੀ ਉਹ ਘਰ ਆਇਆ ਨਾ। ਫਿਰ ਉਹਨੂੰ ਕੋਈ ਡਰਨ ਦੀ ਲੋੜ ਨਹੀਂ। ਐਕਚੁਅਲੀ ਉਹਦੇ 'ਚ ਐਂਟੀਬੋਡੀਜ਼ ਹੋ ਚੁੱਕੀਆਂ, ਉਹਦਾ ਪਹਿਲਾ ਵਾਹ ਪੈ ਚੁੱਕਿਆ। ਪਹਿਲੋਂ ਬਣਦੀ IgM ਐਂਟੀਬੋਡੀਜ਼, ਜਿਹੜੇ ਅਸੀਂ ਡਿਟੈਕਟ ਕਰ ਸਕਦੇ ਹਾਂ। ਫਿਰ IgG ਹੁੰਦੀਆਂ, ਜਿਹੜਾ ਇੰਡੀਕੇਟ ਕਰਦੀਆਂ ਵੀ ਕਈ ਮਹੀਨੇ ਕਈ ਸਾਲ ਪਹਿਲੋਂ ਸ਼ਾਇਦ ਇਹਨੂੰ ਇਨਫੈਕਸ਼ਨ ਹੋਇਆ ਹੋਵੇਗਾ। ਸੋ ਉਹਨੂੰ ਇੰਨੀ ਡਰਨ ਦੀ ਲੋੜ ਨਹੀਂ ਆ। ਲੇਕਿਨ ਫਿਰ ਕਿਉਂਕਿ ਦੁਬਾਰਾ ਇਨਫੈਕਸ਼ਨ ਹੋ ਸਕਦਾ, ਉਹੀ ਪ੍ਰੋਟੋਕਾਲ ਜਿਹੜੇ ਹੈਗੇ, ਜਿਹੜੇ ਆਪਾਂ ਹੁਣ ਕਰ ਰਹੇ ਹਾਂ, 6 ਫੁੱਟ ਦੀ ਡਿਸਟੈਂਸ, ਬਾਹਰ ਜਾਂਦੇ ਮਾਸਕ ਮਾਈਏ, ਹੈਂਡ ਹਾਈਜੀਨ, ਉਹ ਜ਼ਰੂਰ ਜਾਰੀ ਰੱਖਣੇ ਚਾਹੀਦੇ। ਉਹਨਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਮੈਂ 100% ਹੁਣ ਪ੍ਰੋਟੈਕਟਡ ਹੋ ਗਿਆ, ਕਿਉਂਕਿ ਅਜੇ ਵੀ ਸਾਡੇ ਕੋਲ ਡੇਟਾ ਆ ਰਿਹਾ ਉਹ ਸੁਜੈਸਟ ਕਰਦਾ ਵੀ ਇਹ ਦੁਬਾਰਾ ਰੀਇਨਫੈਕਸ਼ਨ ਹੋ ਸਕਦੀ ਹੈ। ਜਾਪਾਨ ਤੋਂ ਵੀ ਤੁਸੀਂ ਦੇਖੋ, ਜਾਪਾਨ 'ਚ ਸੈਕਿੰਡ ਵੇਵ ਚੱਲ ਰਹੀ ਹੈ ਇਸ ਵੇਲੇ, ਕੋਵਿਡ ਦੀ ਸੈਕਿੰਡ ਵੇਵ। ਇੱਕ ਵੇਵ ਹੋ ਕੇ ਹਟ ਗਈ, ਸੈਕਿੰਡ ਵੇਵ ਚੱਲ ਰਹੀ। ਸੋ ਵੱਖ-ਵੱਖ ਕੰਟਰੀ ਤੋਂ ਡੇਟਾ ਆ ਰਿਹਾ। ਸਵੀਡਨ ਵਾਲਿਆਂ ਨੇ ਏਦਾਂ ਕੀਤਾ ਸੀ ਵੀ ਉਹਨਾਂ ਨੇ ਕੋਈ ਜ਼ਿਆਦਾ ਰਿਸਟ੍ਰਿਕਸ਼ਨ ਨਹੀਂ ਲਾਈ। ਉਹਨਾਂ ਨੇ ਕਿਹਾ ਵੀ ਅਸੀਂ ਪਬਸ ਵੀ ਖੁੱਲ੍ਹਾ ਰੱਖਾਂਗੇ, ਰੈਸਟੋਰੈਂਟ ਵੀ, ਸਕੂਲ ਵੀ। 50 ਦਾ ਜਿਹੜਾ ਹੈਗਾ ਉਹ ਡਿਸਟੈਂਸ 50 ਮੈਕਸਿਮਮ ਜਿਹੜਾ ਸਾਡਾ ਵੀ ਗਾਈਡਲਾਈਨ ਹੈ, 6 ਫੁੱਟ ਦਾ ਡਿਸਟੈਂਸ ਰੱਖਾਂਗੇ, ਮਾਸਕ ਲਾਵਾਂਗੇ। ਉਹਨਾਂ ਦੇ ਵਿੱਚ ਕਰੀਬਨ ਦੇਖੋ 10 ਮਿਲੀਅਨ ਦੀ ਉਹ ਕੰਟਰੀ ਹੈਗੀ ਆ, 1700 ਤੋਂ ਜ਼ਿਆਦਾ ਡੈਥ ਹੋ ਗਈ ਹੈ। ਸੋ ਉਹ ਕੰਟਰੀ ਆ ਜਿਹਦੇ 'ਚ 175 ਡੈਥ ਪਰ ਮਿਲੀਅਨ ਹੈਗੀ ਆ। ਲੇਕਿਨ ਉਹਨਾਂ ਦਾ ਜਿਹੜਾ ਹੈਲਥ ਐਡਵਾਈਜ਼ਰੀ ਬੋਰਡ ਆ, ਉਹ ਕਹਿੰਦਾ ਵੀ ਅਸੀਂ ਹਰਡ ਇਮਿਊਨਿਟੀ ਚਾਹੁੰਦੇ ਹਾਂ। ਹਰਡ ਇਮਿਊਨਿਟੀ ਹੋ ਲੈਣ ਦਿਓ ਸਾਰਿਆਂ ਨੂੰ। ਇੱਕ ਵਾਰੀ ਬਹੁਤ ਸਾਰਿਆਂ ਨੂੰ ਹੋ ਜਾਊਗਾ, ਇਹ ਵਾਇਰਸ ਆਪੇ ਦਬ ਜਾਊਗਾ। ਦੋ ਹੀ ਤਰੀਕੇ ਹੁੰਦੇ, ਜਾਂ ਹਰਡ ਇਮਿਊਨਿਟੀ ਜਾਂ ਵੈਕਸੀਨੇਸ਼ਨ। ਉਹੀ ਇੱਕ ਕੰਟਰੀ ਹੈ ਜਿਹੜੀ ਹਰਡ ਇਮਿਊਨਿਟੀ 'ਚ ਖਲੋਤੀ ਆ। ਉਹ ਸੋਚ ਰਿਹਾ ਵੀ ਅਸੀਂ ਜਿਹੜਾ ਸੰਤਾਪ ਹੈਗਾ, ਸਾਡੇ ਜਿਹੜੇ ਬਜ਼ੁਰਗ ਹੈਗੇ ਆ ਪੂਰੇ ਹੋ ਗਿਆ, ਉਹ ਹੁਣ ਭੋਗ ਲਈਏ, ਬਜਾਏ ਕਿ ਅਸੀਂ 2-3 ਸਾਲ ਉਹਨੂੰ ਕੈਰੀ ਔਨ ਕਰਦੇ ਰਹੀਏ। ਹਰੇਕ ਦਾ ਸੋਚਣਾ ਅਲੱਗ ਹੈ, ਲੇਕਿਨ ਇਹ ਸਾਡੇ ਕੋਲ ਪ੍ਰੀਲਿਮਿਨਰੀ ਡੇਟਾ ਆ ਰਿਹਾ, ਉਹਨੂੰ ਐਨਾਲਾਈਜ਼ ਕੀਤਾ ਜਾ ਰਿਹਾ। ਲੇਕਿਨ ਡਾਕਟਰ ਟੈਡਰੋਸ WHO ਵਾਲੇ ਕਹਿੰਦੇ ਨਹੀਂ, ਜੋ ਅਸੀਂ ਹੁਣ ਕਰ ਰਹੇ ਹਾਂ ਇਹ ਬਹੁਤ ਜ਼ਰੂਰੀ ਆ। ਲਾਕਡਾਊਨ 'ਚ ਰਹਿਣਾ, ਹੌਲੀ-ਹੌਲੀ ਅਨਲੌਕ ਕਰਨਾ। ਅਜੇ ਵੱਡਾ ਪੈਂਡੇਮਿਕ ਦਾ ਜਿਹੜਾ ਪਸਾਰਾ ਸ਼ਾਇਦ ਅਸੀਂ ਨਹੀਂ ਦੇਖਿਆ, ਉਹ ਵੀ ਆ ਸਕਦਾ। ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਆ ਸਕਦਾ ਹੈ। ਤੇ ਪਰ ਹੁਣ ਅਸੀਂ ਅਮਰੀਕਾ ਦੀ ਗੱਲ ਕਰ ਲਈਏ ਤੇ ਕੈਨੇਡਾ ਦੇ ਵਿੱਚ ਵੀ ਕੁਝ ਪਾਰਟ ਦੇ ਵਿੱਚ ਸੁਣਿਆ ਸੀ ਕਿ ਲੋਕ ਪ੍ਰੋਟੈਸਟ ਕਰ ਰਹੇ ਹੈਗੇ ਆ ਕਿ ਅਸੀਂ ਆਪਣੀ ਟੇਕ ਕੇਅਰ ਖੁਦ ਕਰ ਸਕਦੇ ਹੈਗੇ ਆ, ਸਾਡਾ ਇਮਿਊਨ ਸਿਸਟਮ ਵਧੀਆ ਹੈਗਾ ਆ, ਅਸੀਂ ਵਾਈਟਾਮਿਨਸ ਲੈ ਰਹੇ ਹੈਗੇ ਆ, ਅਸੀਂ ਪ੍ਰੋਪਰ ਫੂਡ ਖਾ ਰਹੇ ਹੈਗੇ ਆ, ਪ੍ਰੋਪਰ ਪਾਣੀ ਪੀ ਰਹੇ ਹੈਗੇ ਆ। ਸੋ ਸਾਨੂੰ ਕੰਮਾਂ ਦੇ ਉੱਤੇ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਵੇ। ਸੋ ਉਹਨਾਂ ਦੀ ਡਿਮਾਂਡ ਸਹੀ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਸਮਝਾਇਆ ਜਾਵੇ ਕਿ ਉਹ ਉਹਨਾਂ ਦੇ ਲਈ ਲਾਕਡਾਊਨ ਜਿਹੜਾ ਹੈਗਾ ਵਧੀਆ ਹੈਗਾ, ਕਿਉਂਕਿ ਇੰਨੀ ਭਾਰੀ ਸੰਖਿਆ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਜਿਸ ਟਾਈਮ ਦੇ ਵਿੱਚ ਸਾਨੂੰ ਕਿਹਾ ਜਾ ਰਿਹਾ ਹੈ ਕਿ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ। ਦੇਖੋ ਹਰੇਕ ਦਾ ਜਿਹੜੀ ਸੋਚਣੀ ਅਲੱਗ ਆ। 7.7 ਬਿਲੀਅਨ ਇਨਸਾਨ ਰਹਿੰਦੇ ਆ, ਸਾਰਿਆਂ ਦਾ DNA ਅਲੱਗ ਆ, ਫਿੰਗਰਪ੍ਰਿੰਟਸ ਅਲੱਗ ਆ, ਦਿਮਾਗ ਅਲੱਗ ਆ, ਬਿਹੇਵੀਅਰ ਅਲੱਗ ਆ। ਸੋ ਇੱਕ ਘਰ 'ਚ ਕਈ ਵਾਰ 6 ਮੈਂਬਰ ਰਹਿੰਦੇ ਹੋਣ, ਸਾਰਿਆਂ ਦੀ ਵੱਖ-ਵੱਖ ਰਾਏ ਹੁੰਦੀ ਹੈ ਨਾ। ਲੇਕਿਨ ਇਹ ਟਾਈਮ ਹੈਗਾ ਸੱਭਿਅ ਰਹਿਣ ਦਾ, ਇਹ ਟਾਈਮ ਹੈਗਾ ਸਿਵਲਾਈਜ਼ਡ ਰਹਿਣ ਦਾ, ਇਹ ਟਾਈਮ ਹੈਗਾ ਸਾਨੂੰ ਜਿਹੜੀ ਸਾਡੀ ਹੈਲਥ ਅਥਾਰਟੀਜ਼ ਕਹਿ ਰਹੀ ਉਹਨੂੰ ਲਿਸਨ ਕਰਨ ਦਾ। ਦੇਖੋ ਵੱਡਾ ਤਾਂ ਇਹ ਹੁੰਦਾ ਨਾ ਵੀ ਸਾਡੀ ਰੋਜੀ ਰੋਟੀ ਆ, ਉਹਦੇ ਉੱਤੇ ਜਿਹੜੀ ਸੱਟ ਪਊਗੀ, ਅਸੀਂ ਪੇਮੈਂਟਸ ਕਿੱਦਾਂ ਕਰਾਂਗੇ, ਰਾਸ਼ਨ ਕਿੱਦਾਂ ਲਵਾਂਗੇ, ਹੈ ਨਾ।
ਲੇਕਿਨ ਆਪਾਂ ਥੋੜਾ ਜਿਹਾ ਗਰੀਬੀ 'ਚ ਵੀ ਗੁਜ਼ਾਰਾ ਕਰ ਲਈਏ, ਕਿਉਂਕਿ ਅਗਰ ਸਾਡਾ ਸਰੀਰ ਨਹੀਂ ਰਿਹਾ ਤੇ ਕੁਛ ਨਹੀਂ ਰਿਹਾ। ਜਾਨ ਹੈ ਤੇ ਜਹਾਨ ਹੈ। ਅਗਰ ਸਰੀਰ ਰੋਗੀ ਹੋ ਗਿਆ ਜਾਂ ਆਪਾਂ ਆਈਸੀਯੂ 'ਚ ਐਡਮਿਟ ਹੋ ਗਏ ਤਾਂ ਫਿਰ ਤਰਾਸਦੀ ਪਊਗੀ। ਔਰ ਇਸ ਵੇਲੇ ਮੈਂ ਇਹੀ ਕਹੂੰਗਾ ਵੀ ਉਹ ਜਿਹੜੇ ਪ੍ਰੋਟੈਸਟ ਕਰ ਰਹੇ ਉਹਨਾਂ ਨੂੰ ਅਸੀਂ ਪਿਆਰ ਦੇ ਨਾਲ ਸਮਝਾਈਏ, ਤਰਕ ਦੇ ਨਾਲ ਸਮਝਾਈਏ ਵੀ ਦੇਖੋ ਭਾਈ, ਅਸੀਂ ਤੁਹਾਡੀ ਜਿਹੜੀ ਮਤਲਬ ਪ੍ਰੋਟੈਸਟ ਦੀ ਜਿਹੜੀ ਥਿੰਕਿੰਗ ਆ ਉਹ ਅਸੀਂ ਸਮਝਦੇ ਆ, ਲੇਕਿਨ ਹੁਣ ਟਾਈਮ ਹੈਗਾ ਵੀ ਇਕਜੁੱਟ ਹੋ ਕੇ ਵੀ ਆਰ ਆਲ ਟੂਗੇਦਰ ਇਸ ਜਿਹੜੀ ਮਹਾਮਾਰੀ 'ਚ ਅਸੀਂ ਸਾਰਿਆਂ ਨੂੰ ਇੱਕੋ ਹੀ ਪਾਰਟਿਸਿਪੇਟ ਕਰਕੇ ਨਿਕਲਣਾ ਪੈਣਾ। ਔਰ ਇਹ ਜਿਹੜੇ ਔਖੇ ਦਿਨ ਹੈਗੇ ਆ, ਹੋ ਸਕਦਾ ਕੁਛ ਮਹੀਨੇ ਕੁਛ ਸਾਲ ਵੀ ਲੱਗ ਜਾਣ, ਲੇਕਿਨ ਇਹ ਜ਼ਰੂਰ ਖਤਮ ਹੋਣਗੇ। ਸੋ ਉਹਨਾਂ ਨੂੰ ਥੋੜਾ ਇਨਸੈਂਟਿਵ ਵੀ ਦੇਣਾ ਚਾਹੀਦਾ। ਜਿੱਦਾਂ ਹੁਣ ਮਾਨਯੋਗ ਸਾਡੇ ਪ੍ਰਧਾਨ ਮੰਤਰੀ, ਉਹਨਾਂ ਨੇ 4 ਮਹੀਨੇ ਵਾਸਤੇ $2000 ਜਿਹੜੇ ਅਨਐਮਪਲੋਇਡ ਹੋ ਗਏ ਸੀ ਰੈਂਟ ਦਾ। ਸੋ ਉੱਦਾਂ ਮੇਰੇ ਖਿਆਲ ਨਾਲ ਟਰੰਪ ਸਾਹਿਬ ਵੀ ਸ਼ਾਇਦ ਅਮਰੀਕਾ 'ਚ ਕਰ ਰਹੇ ਆ, ਸ਼ਾਇਦ one payment at one time, ਬਟ ਮੈਨੂੰ ਐਗਜ਼ੈਕਟਲੀ ਨਹੀਂ ਉਹਨਾਂ ਦਾ ਪਤਾ ਕੀ ਆ ਫਾਈਨੈਂਸ਼ੀਅਲ ਸਿਚੁਏਸ਼ਨ। ਔਰ ਉਹਨਾਂ ਨੂੰ ਅਗਰ ਪਿਆਰ ਮੁਹੱਬਤ ਦੇ ਨਾਲ ਸਮਝਾਈਏ ਤੇ ਇਨਸਾਨ ਜ਼ਿਆਦਾ ਸਮਝ ਜਾਏਗਾ, ਬਜਾਏ ਕਿ ਨਹੀਂ ਵੀ ਤੁਸੀਂ ਗਲਤ ਹੋ। ਸੋ ਡਿਸਕਸ਼ਨ, ਜਦੋਂ ਵੀ ਨਾ ਕੋਈ ਰਿਲੇਸ਼ਨਸ਼ਿਪ ਫੇਲ ਹੁੰਦਾ, ਉਹ ਕਮਿਊਨੀਕੇਸ਼ਨ ਫੇਲੀਅਰ ਕਰਕੇ ਫੇਲ ਹੁੰਦਾ। ਤਾਂ ਸਾਨੂੰ ਕਮਿਊਨੀਕੇਟ ਕਰਦੇ ਰਹਿਣਾ ਚਾਹੀਦਾ ਔਰ ਉਹਨਾਂ ਨੂੰ ਮੈਡੀਕਲ ਇਨਫੋਰਮੇਸ਼ਨ, ਉਹਨਾਂ ਨੂੰ ਸਟੈਟਿਸਟਿਕਸ, ਔਰ ਦੂਜੇ ਪਾਸੇ ਉਹਨਾਂ ਨੂੰ ਦੱਸਣਾ ਚਾਹੀਦਾ ਦੇਖੋ ਜਿੱਥੇ ਕੰਟਰੀਆਂ ਨੇ ਛੇਤੀ ਅਨਲੌਕ ਕੀਤਾ ਉੱਥੇ ਸੈਕੰਡ ਵੇਵ ਵੀ ਹੋਣ ਦੀ ਸੰਭਾਵਨਾ ਹੋ ਗਈ ਆ। ਸੋ ਉਹਨਾਂ ਨੂੰ ਸਮਝਾਓ ਤਾਂ ਕਿ ਉਹ ਆਪਣੀ ਡਿਸੀਜਨ ਜਿਹੜੇ ਹੈਗੇ ਮੋੜ ਲੈਣ। ਡਾਕਟਰ ਗੁਰਜੀਤ, ਤੁਸੀਂ ਹਮੇਸ਼ਾ ਹੀ ਸਾਨੂੰ ਸਾਡੇ ਸਵਾਲਾਂ ਦੇ ਆਨਸਰ ਦੇ ਦਿੰਦੇ ਹੈਗੇ ਹੋ, ਤੇ ਹੁਣ ਜਿਹੜੇ ਕੁਐਸਚਨ ਮੇਰੇ ਕੋਲ ਸੀਗੇ ਉਹ ਮੈਂ ਤੁਹਾਡੇ ਤੋਂ ਪੁੱਛੇ, ਤੇ ਉਹ ਕਿਉਂਕਿ ਹਰੇਕ ਆਦਮੀ ਦੇ ਅੰਦਰ ਨਾ ਕੋਈ ਨਾ ਕੋਈ ਕੁਐਸਚਨ ਡਿਫਰੈਂਟ ਤਰ੍ਹਾਂ ਦਾ ਆਉਂਦਾ ਹੈ ਕਿ ਇਹਦੇ ਨਾਲ ਹੋ ਜਾਏਗਾ ਜਾਂ ਇਦਾਂ ਹੋਏਗਾ। ਸੋ ਤੁਸੀਂ ਬਹੁਤ ਸਿੰਪਲ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਸਿਰਫ ਸਾਨੂੰ ਆਪਣੇ ਹੈਂਡ ਵਾਸ਼ ਰੈਗੂਲਰਲੀ ਕਰਨ ਦੀ ਲੋੜ ਹੈਗੀ ਹੈ, ਫਿਜ਼ੀਕਲ ਡਿਸਟੈਂਸ ਬਣਾਉਣ ਦੀ ਲੋੜ ਹੈਗੀ ਹੈ। ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਆ ਵਿਊਅਰਸ ਨੂੰ? ਦੇਖੋ, ਔਖਾ ਟਾਈਮ ਹੈਗਾ, ਮੈਂ ਮੰਨਦਾ, ਔਰ ਅਸੀਂ ਇਹ ਔਖਾ ਟਾਈਮ ਦੇਖਿਆ ਨਹੀਂ ਆ ਪਹਿਲਾਂ, ਇਸ ਲਈ ਸਾਡਾ ਮਤਲਬ ਜਿਹੜੀ ਮਾਨਸਿਕਤਾ ਜਿਹੜੀ ਪਹਿਲੋਂ ਅਸੀਂ ਕਹਿ ਲਓ ਵੀ ਸੁਪਰ ਲਗਜ਼ਰੀ ਲਾਈਫ ਸੀ, ਉਹਨੂੰ ਛੱਡ ਕੇ ਅਸੀਂ ਹੁਣ ਘਰਾਂ 'ਚ ਬੈਠੇ ਹਾਂ। ਲੇਕਿਨ ਕਈ ਵਾਰ ਇਸ ਚੀਜ਼ ਤੋਂ ਇੱਕ ਲਰਨਿੰਗ ਫੇਜ਼ ਹੁੰਦਾ ਵੀ ਇਨਸਾਨ ਦਾ ਸਹੀ ਵਜੂਦ ਕੀ ਆ, ਉਹ ਕਿਉਂ ਆਇਆ, ਕੀ ਕਰ ਰਿਹਾ ਸੀ, ਕੀ ਕਰਨਾ ਚਾਹੀਦਾ। ਦੇਖੋ, ਜਿੱਥੇ ਬਿਜ਼ਨਸ ਜਿਹੜੇ ਹੈਗੇ ਆ ਉਹ ਥੱਲੇ ਨੂੰ ਚਲੇ ਗਏ, ਉੱਥੇ ਸਾਡਾ ਬਿਜ਼ੀਨੈਸ ਵੀ ਥੱਲੇ ਨੂੰ ਚਲਾ ਗਿਆ। ਜਿਹੜਾ ਵਾਹੀਜਾਤ ਅਸੀਂ ਕਈ ਵਾਰ ਨਾਨ ਸਟਾਪ ਅਸੀਂ ਬਿਨਾਂ ਵਜ੍ਹਾ ਤੋਂ ਸੋਸ਼ਲਾਈਜੇਸ਼ਨ ਕਰੀ ਜਾ ਰਹੇ ਸੀ, ਪਾਰਟੀਆਂ ਕਰੀ ਜਾ ਰਹੇ ਸੀ, ਮੇਲੇ ਕਰੇ ਜਾ ਰਹੇ ਸੀ, ਕਿਤੇ ਨਾ ਕਿਤੇ ਉਹ ਵੀ ਉਹਦੇ ਉੱਤੇ ਠੱਲ ਪਈ ਆ। ਸੋ ਸਵੈ ਪ੍ਰਚੋਲ ਦੀ ਗੱਲ ਹੈਗੀ ਆ ਵੀ ਤੂੰ ਕਰਨ ਕੀ ਆਇਆ, ਕੀ ਕਰ ਰਿਹਾ ਸੀ ਤੇ ਕਰਨਾ ਕੀ ਆ। ਕਿਉਂਕਿ ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ, ਭਜ ਕੇਵਲ ਨਾਮ। ਸੋ ਜੁੜ ਜਾਓ, ਕਿਉਂਕਿ ਜਿਹੜਾ ਨਾ ਸਾਡਾ ਜੀਨਸ ਹੁੰਦੇ ਆ, 20,000 ਜੀਨਸ ਆ, 10,000 ਬਾਪ ਤੋਂ ਮਿਲਦਾ, 10,000 ਮਾਂ ਤੋਂ ਮਿਲਦਾ, ਉਹ ਸਿਰਫ ਬਲੂ ਪ੍ਰਿੰਟ ਆ, ਉਹ ਪ੍ਰੋਟੀਨ ਬਣਾਉਂਦੇ ਆ। ਲੇਕਿਨ ਉਹ ਇੱਕ ਸਿਰਫ ਕਾਰ ਦੇ ਨਿਆਈ ਆ। ਅਗਰ ਕਾਰ ਦਾ ਡਰਾਈਵਰ ਨਹੀਂ ਤੇ ਕਾਰ ਚੱਲੂਗੀ ਨਹੀਂ। ਤਾਂ ਜੀਨਸ ਨੂੰ ਚਲਾਉਣ ਵਾਲਾ ਹੈਗਾ ਤੁਹਾਡਾ ਮਨ। ਸੋ ਉਹਨੂੰ ਕਹਿੰਦੇ ਇਪੀਜੈਨੇਟਿਕਸ, ਵੀ ਜੀਨਸ ਦੇ ਉੱਤੇ ਹੋਰ ਵੀ ਤਾਂ ਕੋਈ ਚੀਜ਼ ਹੈਗੀ ਆ। ਸੋ ਬਾਣੀ ਸਾਰੀ ਜਿਹੜੀ ਹੈਗੀ ਆ ਉਹ ਮਨ ਨੂੰ ਸਵੈ ਪ੍ਰਚੋਲ ਚ ਲੈ ਕੇ ਹੁੰਦੀ ਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਰਾਮ ਦੇ ਅੰਸ਼ ਹੈਗਾ, ਤੇਰੇ ਵਿੱਚ ਸਾਰੀ ਵਡਿਆਈਆਂ ਹੈਗੀਆਂ। ਔਰ ਜਦੋਂ ਆਪਾਂ ਪੋਜ਼ਿਟਿਵ ਥਿੰਕ ਕਰਦੇ ਹਾਂ, ਜੀਨਸ ਅੱਛੀਆਂ ਅੱਛੀਆਂ ਚੀਜ਼ਾਂ ਬਣਾਉਂਦੀ ਹੈ, ਇਮਿਊਨ ਸਿਸਟਮ ਵੀ ਤਗੜਾ ਹੋ ਜਾਂਦਾ। ਜਦੋਂ ਅਸੀਂ ਨੈਗੇਟਿਵ ਥਿੰਕ ਕਰਦੇ ਹਾਂ, ਜੀਨਸ ਜਿਹੜੀ ਹੈਗੀ ਉਹ ਟਾਕਸਿਕ ਹਾਰਮੋਨ ਬਣਾਉਂਦੀ ਹੈ, ਤੁਹਾਡਾ ਇਮਿਊਨ ਸਿਸਟਮ ਹੋਰ ਕਮਜ਼ੋਰ ਹੋ ਜਾਂਦਾ। ਸੋ ਮਨ ਜਿੱਤੇ ਜਗ ਜੀਤ, ਮਨ ਨੂੰ ਜਿੱਤਣ ਨਾਲ ਤੇ ਪੂਰਾ ਜਗਤ ਜਿੱਤ ਜਾਂਦਾ। ਸੋ ਫੋਕਸ ਔਨ ਪੀਸ, ਟ੍ਰੈਂਕੁਲਿਟੀ, ਕੁਆਇਟਨੈਸ, ਔਰ ਨੀਂਦ ਆਪਣੀ 7 ਘੰਟੇ ਰੱਖੋ, ਔਰ ਇਹ ਦੌਰ ਲੰਘ ਜਾਊਗਾ। ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ, ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ। ਬਿਲਕੁਲ ਜੀ, ਥੈਂਕ ਯੂ ਸੋ ਮਚ ਵਾਂਸ ਅਗੇਨ। ਤੇ ਅਗਲੀ ਵਾਰ ਫਿਰ ਤੋਂ ਸਾਡੇ ਕੋਲ ਕੁਐਸਚਨਸ ਹੋਰ ਜੁੜ ਜਾਣੇ ਹੈਗੇ ਆ, ਸੋ ਉਹਨਾਂ ਦੇ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਤੁਹਾਡੇ ਤੱਕ ਫੇਰ ਪਹੁੰਚ ਕਰਾਂਗੇ। ਤਦ ਤੱਕ ਤੁਸੀਂ ਵੀ ਆਪਣਾ ਰੱਖੋ ਖਿਆਲ, ਤੇ ਇਦਾਂ ਹੀ ਸਾਡੇ ਨਾਲ ਜਿਹੜਾ ਰਾਬਤਾ ਹੈ ਕਾਇਮ ਰੱਖਦੇ ਰਹੋ। ਬਹੁਤ ਬਹੁਤ ਧੰਨਵਾਦ ਅਰਸ਼ ਜੀ, ਔਰ ਸਾਰੇ ਹੀ FYI ਮੀਡੀਆ ਤੇ ਸਾਂਝਾ ਟੈਲੀਵਿਜ਼ਨ ਨੂੰ ਲੱਖ ਲੱਖ ਵਧਾਈਆਂ। ਥੈਂਕ ਯੂ, ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਲੋਕਾਂ ਤਾਈਂ ਇਨਫੋਰਮੇਸ਼ਨ ਪਹੁੰਚਾਉਣ ਦਾ। ਥੈਂਕ ਯੂ ਜੀ। ਬਿਲਕੁਲ, ਜਿੱਦਾਂ ਡਾਕਟਰ ਪੁਰਜੀ ਨੇ ਦੱਸਿਆ ਕਿ COVID-19 ਸਾਨੂੰ ਬਹੁਤ ਕੁਝ ਸਿਖਾ ਕੇ ਵੀ ਜਾਵੇਗਾ, ਤੇ COVID-19 ਤੋਂ ਅਸੀਂ ਬਹੁਤ ਕੁਝ ਸਿੱਖਣ ਵਾਲੇ ਵੀ ਹਾਂ। ਸਾਡਾ ਲਾਈਫ ਸਟਾਈਲ ਵੀ ਚੇਂਜ ਹੋਣ ਵਾਲਾ ਆ, ਪਰ ਅਸੀਂ ਇਸ ਟਾਈਮ ਦੇ ਵਿੱਚ ਪੋਜ਼ਿਟਿਵ ਚੀਜ਼ਾਂ ਵੱਲ ਜ਼ਿਆਦਾ ਧਿਆਨ ਦਈਏ, ਨੈਗੇਟਿਵ ਚੀਜ਼ਾਂ ਵੱਲ ਘੱਟ ਧਿਆਨ ਦਈਏ, ਤੇ ਬਸ ਇਦਾਂ ਹੀ ਜੋ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕਰਦੇ ਰਹੀਏ। ਇਦਾਂ ਕਹਿੰਦੇ ਹੋਏ ਮੈਂ ਤੁਹਾਡੇ ਤੋਂ ਲੈਂਦੀ ਹਾਂ ਇਜਾਜ਼ਤ, ਤੇ ਦੇਖਦੇ ਰਹੋ ਸਾਂਝਾ TV। ਸਤਿ ਸ਼੍ਰੀ ਅਕਾਲ।
YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ।